ਮਾਂ ਦਾ ਵਿਛੋੜਾ ਅਤੇ ਬੀਤੇ ਸਮੇਂ ਹੀ ਸੁਪਰੀਮ ਕੋਰਟ ਵੱਲੋਂ ਔਰਤਾਂ ਦੇ ਦੇਹ ਵਪਾਰ ਨੂੰ ਕਾਨੂੰਨੀ ਮਾਨਤਾ ਦੇਣਾ, ਇਹਨਾਂ ਦੋ ਹਾਦਸਿਆਂ ਨੇ ਮੈਨੂੰ ਔਰਤ ਬਾਰੇ ਕੁਝ ਲਿਖਣ ਬੋਲਣ ਲਈ ਹਲੂਣਿਆ ਹੈ, ਪ੍ਰੇਰਿਤ ਕੀਤਾ ਹੈ। ਭਾਵੇਂ ਕਿ ਮਾਂ ਦਾ ਜਾਂ ਮਾਂ ਦੇ ਵਿਛੋੜੇ ਦਾ ਔਰਤਾਂ ਦੇ ਦੇਹ ਵਪਾਰ ਨਾਲ ਇਸ ਦੇ ਕਾਨੂੰਨੀ ਜਾਂ ਗੈਰ ਕਾਨੂੰਨੀ ਹੋਣ ਨਾਲ ਕੋਈ ਸੰਬੰਧ ਨਹੀਂ ਸੀ। ਦੋਵੇਂ ਅਲੱਗ-ਅਲੱਗ ਵਿਸ਼ੇ ਹਨ, ਪਰ ਇਹਨਾਂ ਵਰਤਾਰਿਆਂ ਦਾ ਕੇਂਦਰ ਬਿੰਦੂ ਔਰਤ ਹੀ ਹੈ। ਔਰਤ ਜੋ ਮਾਂ, ਧੀ, ਭੈਣ, ਸਾਥੀ ਅਤੇ ਜੀਵਨ ਸਾਥੀ ਵੀ ਹੁੰਦੀ ਹੈ। ਮਾਂ ਉਹ ਔਰਤ ਸੀ ਜਿਸ ਨੂੰ ਇਸ ਲੁਟੇਰੇ ਮੁਨਾਫੇਖੋਰ ਗਿਰਜਾਂ ਦੇ ਰਾਜ ਨੇ ਕਤਲ ਕੀਤਾ ਹੈ, ਕਿਉਂਕਿ ਇੱਥੇ ਸਿਹਤ ਸਹੂਲਤਾਂ ਦਾ ਕੋਈ ਪ੍ਰਬੰਧ ਨਹੀਂ। ਜੇਕਰ ਕਿਤੇ ਪ੍ਰਬੰਧ ਹੈ ਤਾਂ ਉਹ ਦੂਰੀ ਅਤੇ ਪੈਸੇ ਪੱਖੋਂ ਲੋਕਾਂ ਦੀ ਪਹੁੰਚ ਤੋਂ ਹੀ ਬਾਹਰ ਹੈ। ਦੂਜੇ ਪਾਸੇ ਦੇਸ਼ ਭਰ ਵਿੱਚ ਔਰਤਾਂ ਨੂੰ ਜਿਸਮ ਵੇਚਣ ਦੇ ਰਾਹ ਪਾਉਣ ਲਈ ਉਹ ਮੁਨਾਫੇਖੋਰ ਮੁੱਠੀ ਭਰ ਬੇਲਰ ਲੋਕ ਹੀ ਜ਼ਿੰਮੇਵਾਰ ਹਨ, ਜਿਹੜੇ ਆਪਣੀ ਲੁੱਟ ਦੇ ਸ਼ਿਕਾਰ ਕਿਰਤੀ ਲੋਕਾਂ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਸਰਕਾਰਾਂ ਬਣਾਉਂਦੇ ਹਨ ਅਤੇ ਚਲਾਉਂਦੇ ਹਨ, ਜਿਨ੍ਹਾਂ ਦੀਆਂ ਆਪਣੀਆਂ ਹੀ ਕੋਰਟ ਕਚਹਿਰੀਆਂ ਹਨ, ਆਪਣਾ ਹੀ ਨਿੱਜੀ ਸੰਵਿਧਾਨ ਹੈ, ਜਿਸ ਨੂੰ ਉਹ ਆਪਣੇ ਨਿੱਜੀ ਹਿੱਤਾਂ ਲਈ ਪੂਰੇ ਦੇਸ਼ ਉੱਤੇ ਲਾਗੂ ਕਰਦੇ ਹਨ। ਲੋਕਾਂ ਨੂੰ ਮਾਨਸਿਕ ਤੌਰ 'ਤੇ ਦਬਾਉਣ ਲਈ ਉਹਨਾਂ ਕੋਲ ਧਾਰਮਿਕ ਸਿੱਖਿਆ ਹੈ ਅਤੇ ਹੱਕ ਇਨਸਾਫ ਮੰਗਦੇ ਲੋਕਾਂ ਨੂੰ ਸ਼ਰੇਆਮ ਡਰਾਉਣ ਧਮਕਾਉਣ ਲਈ ਉਹਨਾਂ ਕੋਲ ਹਥਿਆਰਬੰਦ ਫੌਜ ਹੈ, ਜੇਲ੍ਹਾਂ ਥਾਣੇ ਹਨ। ਪਰ ਲੋਕਾਂ ਨੂੰ ਭਰਮਾਉਣ ਲਈ ਉਹ ਕੋਈ ਨਾ ਕੋਈ ਆਪਣਾ ਬਣਾਵਟੀ ਦੁਸ਼ਮਣ ਘੜ ਕੇ ਰੱਖਦੇ ਹਨ, ਜਿਸ ਨਾਲ ਲੋਕਾਂ ਵਿੱਚ ਇਹ ਭਰਮ ਬਣਿਆ ਰਹਿੰਦਾ ਹੈ ਕਿ ਸਰਕਾਰ ਨੂੰ ਭਾਰੀ ਗਿਣਤੀ ਵਿੱਚ ਹਥਿਆਰਬੰਦ ਫੌਜ ਰੱਖਣ ਦੀ ਲੋੜ ਦੇਸ਼ ਨੂੰ ਨਕਸਲੀਆਂ ਜਾਂ ਮਾਓਵਾਦੀਆਂ ਦੇ ਹਮਲੇ ਤੋਂ ਬਚਾਉਣ ਲਈ ਪੈਂਦੀ ਹੈ। ਆਓ ਅਸੀਂ ਪ੍ਰਾਚੀਨ ਦੌਰ ਤੋਂ ਔਰਤ ਦੀ ਕਹਾਣੀ ਸ਼ੁਰੂ ਕਰੀਏ, ਜਿਸ ਨੂੰ ਅਸੀਂ ਅਜੋਕੇ ਦੌਰ ਤੱਕ ਲੈ ਕੇ ਆਵਾਂਗੇ। ਮੁੱਢਲੇ ਦੌਰ ਵਿੱਚ ਮਨੁੱਖ ਕੋਲ ਕੋਈ ਜੀਵਨ ਜਾਂਚ ਨਹੀਂ ਸੀ। ਔਰਤ ਮਰਦ ਵਿੱਚ ਕੋਈ ਭਿੰਨ ਭੇਦ ਨਹੀਂ ਸੀ, ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਔਰਤ ਜਾਂ ਕਿਸੇ ਹੋਰ ਖਾਣ ਪੀਣ ਦੀ ਵਸਤੂ ਨੂੰ ਲੈ ਕੇ ਲੜਾਕੂ ਅਤੇ ਮਜ਼ਬੂਤ ਸਰੀਰਾਂ ਵਾਲੇ ਮਨੁੱਖ ਕਮਜ਼ੋਰ ਮਨੁੱਖਾਂ ਨਾਲ ਲੜਦੇ ਰਹੇ ਹੋਣ, ਜਿਸ ਤਰ੍ਹਾਂ ਅੱਜ ਵੀ ਅਸੀਂ ਜਾਨਵਰਾਂ ਵਿੱਚ ਦੇਖ ਸਕਦੇ ਹਾਂ। ਹੌਲੀ ਹੌਲੀ ਜੀਵਨ ਜਾਂਚ ਆਉਣ ਲੱਗੀ ਤਦ ਲੋਕ ਇੱਕ ਬਿਰਧ ਮਾਂ ਦੀ ਅਗਵਾਈ ਵਿੱਚ ਰਹਿਣ ਲੱਗੇ, ਜੋ ਆਪਣੇ ਅਤੇ ਆਪਣੇ ਬੱਚਿਆਂ ਨੂੰ ਜੀਵਨ ਜਾਂਚ ਸਿਖਾਉਂਦੀ, ਉਹਨਾਂ ਦੀਆਂ ਲੋੜਾਂ ਦਾ ਧਿਆਨ ਰੱਖਦੀ। ਹਜ਼ਾਰਾਂ ਸਾਲਾਂ ਬਾਅਦ ਅੱਜ ਵੀ ਉਸ ਬਿਰਧ ਮਾਤਾ ਨੂੰ ਜਿਹੜਾ ਬਦਲੇ ਜਾਂ ਵਿਗੜੇ ਹੋਏ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਤੁਸੀਂ ਬੁੱਢੀਆਂ ਔਰਤਾਂ ਮੂੰਹੋਂ ਸੁਣਿਆ ਹੋਵੇਗਾ ਕਿ ਕੁਝ ਦਿਨਾਂ ਦੇ ਬੱਚਿਆਂ ਨੂੰ ਕੋਈ ਬਿੱਧ ਮਾਤਾ ਜਾਂ ਵਿਆਹ ਮਾਤਾ ਹਸਾਉਂਦੀ ਹੈ ਜਾਂ ਰਲਾਉਂਦੀ ਹੈ। ਬਿੱਧ ਮਾਤਾ ਲੇਖ ਜਾਂ ਕਿਸਮਤ ਲਿਖਦੀ ਹੈ, ਵਗੈਰਾ ਵਗੈਰਾ। ਜਿਸ ਬਾਰੇ ਅਸੀਂ ਵਿਚਾਰ ਕਰ ਰਹੇ ਹਾਂ, ਉਸ ਮੁੱਢਲੇ ਦੌਰ ਵਿੱਚ ਨਰ ਮਾਦਾ ਸਰੀਰਕ ਸੰਬੰਧਾਂ ਲਈ ਕੋਈ ਸਮਾਜਿਕ ਨਿਯਮ ਨਹੀਂ ਸਨ। ਇਹ ਸੰਬੰਧ ਬਣਾਉਣ ਲਈ ਕੋਈ ਸਮਾਂ, ਸਥਾਨ ਜਾਂ ਕੋਈ ਵਿਸ਼ੇਸ਼ ਸੰਗੀ ਸਾਥੀ ਹੋਣਾ ਕੋਈ ਜ਼ਰੂਰੀ ਨਹੀਂ ਸੀ, ਜਿਸ ਕਾਰਨ ਇੱਕ ਔਰਤ ਦੇ ਬੱਚਿਆਂ ਨੂੰ ਹੀ ਨਹੀਂ, ਸਗੋਂ ਖੁਦ ਔਰਤ ਨੂੰ ਵੀ ਨਹੀਂ ਸੀ ਪਤਾ ਹੁੰਦਾ ਕਿ ਉਸਦੇ ਬੱਚਿਆਂ ਦਾ ਬਾਪ ਕੌਣ ਹੈ। ਜਿਸ ਕਾਰਨ ਮਾਂ ਪ੍ਰਧਾਨ ਕਬੀਲੇ ਹੋਂਦ ਵਿੱਚ ਆਏ, ਕਿਉਂਕਿ ਬੱਚਿਆਂ ਨੂੰ ਜਨਮ ਦੇਣ ਵਾਲੀ ਮਾਂ ਬਾਰੇ ਸਭ ਨੂੰ ਪਤਾ ਹੁੰਦਾ ਸੀ। ਇਹ ਉਹ ਦੌਰ ਸੀ ਜਦ ਔਰਤ ਦੀ ਇੱਥੋਂ ਤੱਕ ਕਿ ਉਸਦੇ ਜਣਨ ਅੰਗ ਦੀ ਵੀ ਪੂਜਾ ਸ਼ੁਰੂ ਹੋਈ। ਭਗ ਸ਼ਬਦ ਜੋ ਕਿ ਔਰਤ ਦੇ ਜਣਨ ਅੰਗ ਲਈ ਵਰਤਿਆ ਜਾਂਦਾ ਹੈ, ਸੋ ਉਸ ਨੂੰ ਭਗਵਤੀ ਜਾਂ ਭਗਉਤੀ ਕਹਿ ਕੇ ਵਡਿਆਇਆ ਜਾਣ ਲੱਗਿਆ। ਦੇਵੀ ਦਾ ਅਰਥ ਹੈ ਦੇਣ ਵਾਲੀ। ਉਹ ਬੱਚੇ ਦੇਣ ਵਾਲੀ ਅਤੇ ਉਹਨਾਂ ਬੱਚਿਆਂ ਨੂੰ ਜੀਵਨ ਭਰ ਅਗਵਾਈ ਦੇਣ ਵਾਲੀ ਭਗਉਤੀ ਦੇਵੀ ਮੰਨੀ ਗਈ। ਪਰ ਸਮੇਂ-ਸਮੇਂ ਸਮਾਜਿਕ ਪਰਿਸਥਿਤੀਆਂ ਦੇ ਬਦਲਣ ਨਾਲ ਇਹ ਭਗਉਤੀ ਦੇਵੀ ਆਪਣੇ ਹੋਰ ਨਵੇਂ ਨਾਵਾਂ ਨਾਲ ਵੀ ਪ੍ਰਚਾਰੀ ਜਾਣ ਲੱਗ ਪਈ। ਜਦੋਂ ਤੱਕ ਲੋਕਾਂ ਦਾ ਜੀਵਨ ਜੰਗਲਾਂ ਵਿੱਚੋਂ ਬਾਲਣ ਅਤੇ ਫਲ ਇਕੱਠੇ ਕਰਨ, ਖਾਣ ਲਈ ਸ਼ਿਕਾਰ ਕਰਕੇ ਪਸ਼ੂ ਪੰਛੀਆਂ ਨੂੰ ਹੀ ਆਪਣੇ ਲੋਕਾਂ ਲਈ ਲੈ ਆਉਣਾ ਹੀ ਰਿਹਾ ਹੈ, ਉਦੋਂ ਤੱਕ ਬਿਰਧ ਮਾਤਾ ਦੀ ਸਰਦਾਰੀ ਕਾਇਮ ਰਹੀ। ਪਰ ਜਦ ਪਸ਼ੂ ਪਾਲਣ ਅਤੇ ਖੇਤੀ ਦੀ ਜਾਂਚ ਆਉਣ ਨਾਲ ਪੈਦਾਵਾਰ ਵਿੱਚ ਵਾਧਾ ਹੋਣ ਲੱਗਿਆ, ਤਦ ਅਜਿਹੇ ਸਮਾਜਿਕ ਵਿਕਾਸ ਨੇ ਹੌਲੀ ਹੌਲੀ ਔਰਤ ਨੂੰ ਬੱਚੇ ਜਣਨ, ਉਹਨਾਂ ਦਾ ਪਾਲਣ ਪੋਸ਼ਣ ਕਰਨ ਅਤੇ ਘਰ ਸੰਭਾਲਣ ਲਈ ਪਿੱਛੇ ਛੱਡ ਕੇ ਮਰਦ ਨੂੰ ਅੱਗੇ ਲਿਆ ਖੜਾ ਕੀਤਾ, ਕਿਉਂਕਿ ਕੁਦਰਤੀ ਤੌਰ 'ਤੇ ਮਰਦ ਔਰਤ ਨਾਲੋਂ ਸਰੀਰਕ ਪੱਖੋਂ ਤਾਕਤਵਰ ਹੁੰਦਾ ਹੈ, ਜੋ ਖੇਤੀ ਵਰਗੇ ਜ਼ੋਰਦਾਰ ਕੰਮ ਕਰਨ ਦੇ ਯੋਗ ਹੁੰਦਾ ਹੈ।
ਅਜਿਹੀ ਸਥਿਤੀ ਵਿੱਚ ਬਿਰਧ ਮਾਤਾ ਆਪਣੇ ਗਣ ਦੀ ਅਗਵਾਈ ਆਪਣੇ ਪੁੱਤਰ ਦੇ ਹੱਥ ਫੜਾਉਣ ਲਈ ਮਜਬੂਰ ਹੋਈ। ਸੋ ਗਣ ਦਾ ਮੁਖੀ ਹੁਣ ਗਣੇਸ਼ ਬਣਿਆ, ਜੋ ਬਦਲਦੀਆਂ ਸਮਾਜਿਕ ਹਾਲਤਾਂ ਅਨੁਸਾਰ ਗਣਪਤੀ ਬਣਿਆ। ਪਰ ਗਣ ਦੇ ਟੁੱਟਣ ਨਾਲ ਉਹ ਨਰੇਸ਼ ਅਤੇ ਨਰਪਤੀ ਅਖਵਾਉਣ ਲਈ ਮਜਬੂਰ ਹੋਇਆ। ਸਮਾਜ ਦੇ ਹੋਰ ਵਿਕਾਸ ਨਾਲ ਹਜ਼ਾਰਾਂ ਸਾਲ ਪਹਿਲਾਂ ਭਾਵੇਂ ਉਸ ਦੀ ਹਸਤੀ ਹੀ ਮਿਟ ਗਈ, ਪਰ ਅੱਜ ਵੀ ਉਸ ਨੂੰ ਸਭ ਮਨੋਕਾਮਨਾਵਾਂ ਪੂਰੀਆਂ ਕਰਨ ਵਾਲਾ ਦੇਵਤਾ ਮੰਨ ਕੇ ਪੂਜਿਆ ਜਾਂਦਾ ਹੈ। ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸ਼੍ਰੀ ਗਣੇਸ਼ ਕੀਤਾ ਜਾਂਦਾ ਹੈ, ਜਦ ਕਿ ਲੋਕਾਂ ਨੂੰ ਇਸ ਦਾ ਇਤਿਹਾਸਕ ਪਿਛੋਕੜ ਨਹੀਂ ਪਤਾ ਕਿ ਇਹ ਸਭ ਚੱਲਿਆ ਕਿੱਥੋਂ ਹੈ, ਕੀ ਕਹਾਣੀ ਹੈ। ਬਦਲਦੀਆਂ ਸਮਾਜਿਕ ਹਾਲਤਾਂ ਦੌਰਾਨ ਔਰਤ ਨੂੰ ਮਰਦ ਦੇ ਮੁਕਾਬਲੇ ਕੇਵਲ ਪਛਾੜਿਆ ਹੀ ਨਹੀਂ ਗਿਆ, ਸਗੋਂ ਉਸ ਦਾ ਸ਼ੋਸ਼ਣ ਵੀ ਸ਼ੁਰੂ ਹੋਇਆ। ਉਸ ਨਾਲ ਦੁਰਵਿਵਹਾਰ ਆਮ ਹੋ ਗਿਆ। ਗਣ ਦੇ ਟੁੱਟਣ ਤੋਂ ਬਾਅਦ ਜਦ ਨਿੱਜੀ ਜਾਇਦਾਦ ਇਕੱਠੀ ਕਰਨ ਦਾ ਰੁਝਾਨ ਹੋਰ ਤੋਂ ਹੋਰ ਤਿੱਖਾ ਹੋਣ ਲੱਗਿਆ, ਤਦ ਪਤੀ ਇੱਕ ਪਤਨੀ ਰੱਖਣ ਲੱਗਿਆ। ਇਸ ਪਿੱਛੇ ਉਦੇਸ਼ ਇਹ ਹੀ ਸੀ ਕਿ ਜਿਸ ਜਾਇਦਾਦ ਨੂੰ ਕੋਈ ਮਰਦ ਸਾਰੀ ਉਮਰ ਅਣਥੱਕ ਮਿਹਨਤ ਕਰਕੇ ਇਕੱਠੀ ਕਰਦਾ ਹੈ, ਉਹ ਉਸ ਦੇ ਮਰਨ ਤੋਂ ਬਾਅਦ ਲੋਕਾਂ ਵਿੱਚ ਵੰਡੀ ਜਾਣ ਦੀ ਥਾਂ ਉਸ ਦੇ ਹੀ ਬੱਚਿਆਂ ਕੋਲ ਰਹਿ ਸਕੇ। ਜੇਕਰ ਇੱਕ ਪਤਨੀ ਰੱਖਣ ਦੀ ਥਾਂ ਉਹ ਕਈ ਪਤਨੀਆਂ ਰੱਖਦਾ, ਤਦ ਉਸ ਦੀ ਮਿਹਨਤ ਅਤੇ ਉਸ ਦੀ ਇਕੱਠੀ ਕੀਤੀ ਜਾਇਦਾਦ ਦੀ ਖਪਤ ਵੱਧ ਜਾਂਦੀ। ਅਜੋਕੇ ਸਮੇਂ ਸਾਡੇ ਲਈ ਪਰਿਵਾਰ ਸ਼ਬਦ ਦੇ ਜੋ ਅਰਥ ਹਨ, ਉਹ ਇਸ ਸ਼ਬਦ ਦੇ ਹੋਂਦ ਵਿੱਚ ਆਉਣ ਸਮੇਂ ਨਹੀਂ ਸਨ। ਅਮਰੀਕੀ ਮਾਨਵ ਵਿਗਿਆਨੀ ਅਤੇ ਸਮਾਜਿਕ ਸਿਧਾਂਤਕਾਰ ਲੈਵਿਸ਼ ਹੈਨਰੀ ਮੋਰਗਨ ਆਖਦੇ ਹਨ ਕਿ ਲਾਤੀਨੀ ਕਬੀਲਿਆਂ ਅੰਦਰ ਆਪਣੇ ਆਧੁਨਿਕ ਸਰੂਪ ਵਿੱਚ ਪਰਿਵਾਰ ਨੇ ਲਾਤੀਨੀ ਭਾਸ਼ਾ ਦੇ ਸ਼ਬਦ ਫੈਮਿਲੀਆ ਤੋਂ ਅਰਥ ਗ੍ਰਹਿਣ ਕੀਤੇ ਸਨ। ਲਾਤੀਨੀ ਵਿੱਚ ਇਹ ਸ਼ਬਦ ਦੱਖਣੀ ਇਟਲੀ ਦੀ ਇੱਕ ਪੁਰਾਤਨ ਭਾਸ਼ਾ ਆਸਕਨ ਦੇ ਸ਼ਬਦ ਫੈਮਿਲੀਆ ਤੋਂ ਆਇਆ ਹੈ, ਜਿਸ ਦੇ ਅਰਥ ਹਨ ਗੁਲਾਮ। ਇਸ ਲਈ ਆਪਣੇ ਮੁੱਢਲੇ ਅਰਥਾਂ ਵਿੱਚ ਇਸ ਸ਼ਬਦ ਤੋਂ ਵਿਵਾਹਿਤ ਜੋੜੇ ਅਤੇ ਉਹਨਾਂ ਦੇ ਬੱਚਿਆਂ ਦਾ ਨਹੀਂ, ਬਲਕਿ ਉਹਨਾਂ ਗੁਲਾਮਾਂ ਅਤੇ ਨੌਕਰਾਂ ਦੇ ਗਰੋਹ ਦਾ ਬੋਧ ਹੁੰਦਾ ਹੈ, ਜੋ ਇਸ ਗਰੋਹ ਅਰਥਾਤ ਪਰਿਵਾਰ ਦੇ ਮੁਖੀ ਹੇਠ ਸੰਗਠਿਤ ਹੋ ਕੇ ਉਸ ਲਈ ਕੰਮ ਕਰਦੇ ਸਨ। ਸੋ ਇਸ ਤਰ੍ਹਾਂ ਅਸੀਂ ਸਮਝ ਸਕਦੇ ਹਾਂ ਕਿ ਅਜੋਕੇ ਪਰਿਵਾਰ ਜਦ ਪ੍ਰਾਚੀਨ ਸਮੇਂ ਹੋਂਦ ਵਿੱਚ ਆਏ ਸਨ, ਤਦ ਉਹ ਇੱਕ ਮਰਦ ਦੇ ਗੁਲਾਮਾਂ ਦਾ ਹੀ ਇੱਕ ਛੋਟਾ ਜਿਹਾ ਇਕੱਠ ਹੁੰਦਾ ਸੀ। ਇਸ ਵਿੱਚ ਔਰਤ ਅਤੇ ਉਸ ਦੇ ਬੱਚੇ ਕਿਸੇ ਮਰਦ ਦੇ ਗੁਲਾਮ ਹੀ ਸਨ। ਹੋਰ ਸ਼ਬਦਾਂ ਵਿੱਚ ਇਹ ਕਿ ਨਿੱਜੀ ਜਾਇਦਾਦ ਇਕੱਠੀ ਕਰਨ ਦੇ ਰੁਝਾਨ ਦੌਰਾਨ ਹੋਂਦ ਵਿੱਚ ਆਏ ਪਰਿਵਾਰ ਨੇ ਔਰਤ ਨੂੰ ਵੀ ਮਰਦ ਦੀ ਨਿੱਜੀ ਜਾਇਦਾਦ ਦਾ ਹੀ ਹਿੱਸਾ ਬਣਾ ਦਿੱਤਾ ਸੀ। ਜਿਵੇਂ ਕਿ ਮਰਦ ਮਾਲਕ ਦੇ ਰੋਜ਼ਾਨਾ ਵਰਤੋਂ ਦਾ ਹੋਰ ਸਮਾਨ ਉਸ ਦੀ ਨਿੱਜੀ ਜਾਇਦਾਦ ਹੁੰਦਾ ਸੀ। ਮਰਦ ਪ੍ਰਧਾਨ ਸਮਾਜ ਨੇ ਔਰਤ ਨੂੰ ਗੁਲਾਮੀ ਦੀਆਂ ਬੇੜੀਆਂ ਪਹਿਨਾਈਆਂ, ਜਿਨ੍ਹਾਂ ਨੂੰ ਪਹਿਨ ਕੇ ਅਜੋਕੇ ਸਮੇਂ ਦੀਆਂ ਔਰਤਾਂ ਮਾਣ ਮਹਿਸੂਸ ਕਰਦੀਆਂ ਹਨ। ਇਹ ਗੁਲਾਮੀ ਦੀਆਂ ਬੇੜੀਆਂ ਸਨ ਉਸ ਦੇ ਨੱਕ ਵਿੱਚ ਨੱਥ, ਹੱਥਾਂ ਵਿੱਚ ਚੂੜੀਆਂ ਅਤੇ ਪੈਰਾਂ ਵਿੱਚ ਝਾਂਜਰਾਂ। ਉਹ ਕੀ ਸੋਚੇ, ਕੀ ਕਰੇ ਅਤੇ ਕੀ ਨਾ ਕਰੇ, ਇਹ ਸਭ ਮਰਦ ਦੀ ਮਰਜ਼ੀ ਉੱਤੇ ਨਿਰਭਰ ਹੋ ਗਿਆ। ਸੋ ਔਰਤ ਨੂੰ ਚੂੜੀਆਂ ਪਹਿਨਾਈਆਂ ਗਈਆਂ ਤਾਂ ਜੋ ਮਰਦ ਨੂੰ ਪਤਾ ਰਹੇ ਕਿ ਉਹ ਕੀ ਕਰ ਰਹੀ ਹੈ। ਉਸ ਦੇ ਪੈਰਾਂ ਵਿੱਚ ਝਾਂਜਰਾਂ ਪਾਈਆਂ ਗਈਆਂ ਤਾਂ ਜੋ ਮਰਦ ਨੂੰ ਪਤਾ ਰਹੇ ਕਿ ਉਹ ਕਿੱਧਰ ਜਾ ਰਹੀ ਹੈ। ਅਜੋਕੇ ਸਰਮਾਏਦਾਰੀ ਦੌਰ ਵਿੱਚ ਬਿਨਾਂ ਸ਼ੱਕ ਵਿਗਿਆਨ ਅਤੇ ਤਕਨਾਲੋਜੀ ਦੇ ਵਿਕਾਸ ਨੇ ਔਰਤ ਨੂੰ ਮਰਦ ਦੇ ਬਰਾਬਰ ਲਿਆ ਖੜਾ ਕੀਤਾ ਹੈ, ਪਰ ਲੋਕਾਂ ਦੀ ਗੈਰ ਵਿਗਿਆਨਕ ਅਤੇ ਸਦੀਆਂ ਪੁਰਾਣੀ ਸੋਚ ਨੂੰ ਅੱਜ ਵੀ ਔਰਤ ਦਾ ਸਵੈ ਨਿਰਭਰ ਹੋਣਾ, ਸਿਰ ਉਠਾ ਕੇ ਮਾਣ ਸਨਮਾਨ ਨਾਲ ਜਿਉਣਾ ਮਨਜ਼ੂਰ ਨਹੀਂ ਹੈ। ਮਾਂ ਪ੍ਰਧਾਨ ਸਮਾਜ ਟੁੱਟਣ ਤੋਂ ਬਾਅਦ ਔਰਤ ਦੀ ਅਜਿਹੀ ਦੁਰਦਸ਼ਾ ਹੋਣ ਲੱਗੀ ਕਿ ਮਰਦ ਦੇ ਵਰਤਣਯੋਗ ਇੱਕ ਨਿਰਜੀਵ ਵਸਤੂ ਬਣ ਕੇ ਰਹਿ ਗਈ ਉਹ, ਜਿਸ ਦੀ ਕਿਸੇ ਦੁੱਖ ਤਕਲੀਫ ਦਾ, ਜਿਸ ਦੇ ਸ਼ੌਕ ਸੁਪਨਿਆਂ ਦਾ ਖਿਆਲ ਰੱਖਣਾ ਸਮਾਜਿਕ ਵਿਧਾਨ ਦੇ ਵਿਰੁੱਧ ਹੋ ਗਿਆ। ਅਸੀਂ ਜਾਣਦੇ ਹਾਂ ਕਿ ਬੀਤੇ ਸਮਿਆਂ ਵਿੱਚ ਰਾਜੇ ਮਹਾਰਾਜੇ ਸੈਂਕੜੇ ਜਾਂ ਹਜ਼ਾਰਾਂ ਹੀ ਔਰਤਾਂ ਰੱਖਦੇ ਸਨ। ਅਮੀਰ ਮਰਦਾਂ ਦੁਆਰਾ ਵੱਧ ਤੋਂ ਵੱਧ ਔਰਤਾਂ ਰੱਖਣ ਦੇ ਦੋ ਕਾਰਨ ਰਹੇ ਹਨ: ਸਮਾਜਿਕ ਹਾਲਤਾਂ ਅਤੇ ਮਨੁੱਖ ਦੀ ਸੰਭੋਗ ਪ੍ਰਵਿਰਤੀ। ਜਗੀਰੂ ਸਮਾਜ ਵਿੱਚ ਜਗੀਰਦਾਰਾਂ ਲਈ ਵੱਧ ਤੋਂ ਵੱਧ ਔਰਤਾਂ ਰੱਖਣਾ ਉਹਨਾਂ ਦੀ ਲੋੜ ਸੀ, ਕਿਉਂਕਿ ਉਹਨਾਂ ਨੇ ਵੱਧ ਤੋਂ ਵੱਧ ਪਿੰਡਾਂ ਦੀਆਂ ਜ਼ਮੀਨਾਂ ਉੱਤੇ ਆਪਣਾ ਨਿੱਜੀ ਕਬਜ਼ਾ ਰੱਖਣਾ ਹੁੰਦਾ ਸੀ ਅਤੇ ਉੱਥੋਂ ਦੇ ਕਿਰਤੀ ਕਿਸਾਨਾਂ ਨੂੰ ਆਪਣੇ ਡਰ ਹੇਠ ਰੱਖ ਕੇ ਉਹਨਾਂ ਤੋਂ ਪੈਦਾਵਾਰ ਕਰਵਾਉਣੀ ਹੁੰਦੀ ਸੀ, ਜਿਸ ਦੇ ਲਈ ਇੱਕ ਜਗੀਰਦਾਰ ਨੂੰ ਆਪਣੇ ਵੱਧ ਤੋਂ ਵੱਧ ਪੁੱਤਰਾਂ ਦੀ ਲੋੜ ਹੁੰਦੀ ਸੀ ਅਤੇ ਪੁੱਤਰ ਪੈਦਾ ਕਰਨ ਲਈ ਵੱਧ ਤੋਂ ਵੱਧ ਔਰਤਾਂ ਦੀ। ਜਦ ਕਿ ਅਜੋਕੇ ਸਰਮਾਏਦਾਰੀ ਦੌਰ ਵਿੱਚ ਹਾਲਤ ਉਸ ਤੋਂ ਉਲਟ ਹੈ।
ਹੁਣ ਮਰਦਾਂ ਦੁਆਰਾ ਵਧੇਰੇ ਔਰਤਾਂ ਰੱਖਣ ਦਾ ਅਕਸਰ ਕਿਸੇ ਨਵੀਂ ਔਰਤ ਨਾਲ ਸੰਬੰਧ ਬਣਾਉਣ ਦਾ ਦੂਜਾ ਕਾਰਨ ਸਮਝ ਲਈਏ। ਗਤੀਸ਼ੀਲ ਪਦਾਰਥ ਦਾ 3 ਪੜਾਵਾਂ ਵਿੱਚ ਵਿਕਾਸ ਹੋਇਆ ਹੈ। ਪਦਾਰਥ ਦਾ ਪਹਿਲਾ ਰੂਪ ਉਹ ਹੀ ਸੀ ਜਦ ਧਰਤੀ ਉੱਤੇ ਜੀਵਨ ਨਹੀਂ ਸੀ। ਪਦਾਰਥ ਦਾ ਦੂਜਾ ਵਿਕਸਿਤ ਪੜਾਅ ਪਸ਼ੂ ਜਗਤ ਹੈ, ਜਦਕਿ ਤੀਜਾ ਵਿਕਸਿਤ ਰੂਪ ਇਨਸਾਨ ਹੈ। ਹੁਣ ਇਹਨਾਂ ਵਿੱਚ ਅੰਤਰ ਸਮਝ ਲਈਏ। ਅਮਰ ਹੋਣ ਲਈ ਜੂਝਣਾ ਪਦਾਰਥ ਦਾ ਸੁਭਾਅ ਹੈ, ਪਰ ਜੇਕਰ ਪਦਾਰਥ ਆਪਣੇ ਇੱਕ ਹੀ ਰੂਪ ਵਿੱਚ ਰਹਿ ਸਕਦਾ ਹੁੰਦਾ ਤਦ ਇਹ ਕਦੇ ਅਮਰ ਨਾ ਹੋ ਸਕਦਾ। ਇਸ ਦਾ ਖਤਮ ਹੋਣਾ ਅਟੱਲ ਹੁੰਦਾ। ਸੋ ਪਦਾਰਥ ਆਪਣੇ ਕਦੇ ਵੀ ਇੱਕ ਹੀ ਰੂਪ ਵਿੱਚ ਨਹੀਂ ਰਹਿੰਦਾ, ਸਗੋਂ ਅਕਸਰ ਰੂਪ ਬਦਲੀ ਕਰਦਾ ਰਹਿੰਦਾ ਹੈ, ਜੋ ਕਿ ਕੁਦਰਤ ਦਾ ਨਿਯਮ ਹੈ। ਧਰਤੀ ਉੱਤੇ ਗਰਮੀ ਸਰਦੀ, ਸ਼ੋਰ ਸ਼ਾਂਤੀ, ਸੁਗੰਧ ਦੁਰਗੰਧ, ਰੌਸ਼ਨੀ ਹਨੇਰ ਅਤੇ ਸਵਾਦ ਬੇਸਵਾਦ, ਇਹ ਸਭ ਉਸ ਵਕਤ ਵੀ ਸੀ ਜਦ ਧਰਤੀ ਉੱਤੇ ਜੀਵਨ ਨਹੀਂ ਸੀ। ਗਤੀਸ਼ੀਲ ਪਦਾਰਥ ਨੇ ਜਦ ਆਪਣੇ ਆਪ ਨੂੰ ਇਹ ਸਭ ਮਹਿਸੂਸ ਕਰਨ, ਸੁਣਨ, ਸੁੰਘਣ, ਦੇਖਣ ਅਤੇ ਚੱਖਣ ਦੇ ਅਨੁਕੂਲ ਢਾਲਣਾ ਸ਼ੁਰੂ ਕੀਤਾ, ਤਦ ਧਰਤੀ ਉੱਤੇ ਜੀਵਨ ਦੀ ਉਤਪਤੀ ਹੋਈ ਅਤੇ ਪਦਾਰਥ ਆਪਣੇ ਵਿਕਾਸ ਦੇ ਦੂਜੇ ਪੜਾਅ ਪਸ਼ੂ ਜਗਤ ਵਿੱਚ ਤਬਦੀਲ ਹੋਇਆ। ਪਦਾਰਥ ਆਪਣੇ ਇਸ ਦੂਜੇ ਪੜਾਅ ਵਿੱਚ ਵੀ ਅਮਰ ਹੋਣ ਲਈ ਜੂਝਦਾ ਰਿਹਾ ਅਤੇ ਉਸ ਦੇ ਅਮਰ ਹੋਣ ਦੀ ਵਿਧੀ ਸੀ ਸੰਭੋਗ। ਇਸ ਧਰਤੀ ਉੱਤੇ ਅਮਰ ਰਹਿਣ ਦੀ ਆਪਣੀ ਸੁਭਾਵਿਕ ਪ੍ਰਵਿਰਤੀ ਅਧੀਨ ਨਰ ਅਤੇ ਮਾਦਾ ਪਸ਼ੂ ਆਪਸ ਵਿੱਚ ਸੰਬੰਧ ਬਣਾਉਂਦੇ ਅਤੇ ਨਵੇਂ ਪਸ਼ੂਆਂ ਦੇ ਰੂਪ ਵਿੱਚ ਇਸ ਧਰਤੀ ਉੱਤੇ ਵੱਧਦੇ ਫੈਲਦੇ ਰਹੇ। ਇਸ ਤੋਂ ਬਾਅਦ ਜਦ ਇੱਕ ਖਾਸ ਕਿਸਮ ਦੇ ਪਸ਼ੂ ਨੇ ਆਪਣੀਆਂ ਲੋੜਾਂ ਦੀ ਪੂਰਤੀ ਲਈ ਕਿਰਤ ਕਰਨੀ ਸ਼ੁਰੂ ਕੀਤੀ, ਉਹ ਪੈਦਾਵਾਰੀ ਅਮਲ ਵਿੱਚ ਪਿਆ ਅਤੇ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਉਹਨਾਂ ਨੂੰ ਆਪਣੇ ਅਨੁਕੂਲ ਢਾਲਣ ਲੱਗ ਪਿਆ। ਤਦ ਪਦਾਰਥ ਆਪਣੇ ਵਿਕਾਸ ਦੇ ਤੀਜੇ ਪੜਾਅ ਵਿੱਚ ਦਾਖਲ ਹੋਇਆ ਅਤੇ ਇਸ ਤੀਜੇ ਪੜਾਅ ਵਿੱਚ ਪਦਾਰਥ ਨੇ ਇੱਕ ਇਨਸਾਨ ਦੇ ਰੂਪ ਵਿੱਚ ਆਪਣੀ ਪਛਾਣ ਕਮਾਈ। ਪਸ਼ੂਆਂ ਨੂੰ ਪਾਣੀ, ਖੁਰਾਕ ਜਾਂ ਰਹਿਣ ਸਹਿਣ ਆਦਿ ਜੋ ਕੁਝ ਵੀ ਅਤੇ ਜਿਸ ਕਿਸੇ ਵੀ ਰੂਪ ਵਿੱਚ ਕੁਦਰਤ ਤੋਂ ਮਿਲਦਾ ਹੈ, ਉਹ ਉਸ ਨੂੰ ਉਸ ਤਰ੍ਹਾਂ ਹੀ ਵਰਤਦੇ ਹਨ, ਜਦਕਿ ਇਨਸਾਨ ਅਜਿਹਾ ਨਹੀਂ ਹੈ। ਇਨਸਾਨ ਨੂੰ ਜੋ ਕੁਝ ਵੀ ਧਰਤੀ ਤੋਂ ਮਿਲਦਾ ਹੈ, ਉਹ ਇਸ ਨੂੰ ਆਪਣੀ ਕਿਰਤ ਸ਼ਕਤੀ ਨਾਲ ਆਪਣੇ ਅਨੁਕੂਲ ਢਾਲ ਕੇ ਹੀ ਆਪਣੀ ਵਰਤੋਂ ਵਿੱਚ ਲਿਆਉਂਦਾ ਹੈ। ਇਨਸਾਨ ਦੇ ਰੂਪ ਵਿੱਚ ਪਦਾਰਥ ਆਪਣੇ ਸੁਭਾਅ ਮੁਤਾਬਕ ਅਮਰ ਹੋਣ ਲਈ ਕੇਵਲ ਸੰਭੋਗ ਤੱਕ ਹੀ ਸੀਮਿਤ ਨਹੀਂ ਰਹਿੰਦਾ, ਸਗੋਂ ਉਸ ਦਾ ਸਮਾਜਿਕ ਜੀਵਨ ਪੈਦਾਵਾਰ ਉੱਤੇ ਹੀ ਨਿਰਭਰ ਹੁੰਦਾ ਹੈ, ਜੋ ਕਿ ਉਸ ਵਰਗੇ ਸਭ ਲੋਕਾਂ ਦੇ ਰੋਜ਼ਾਨਾ ਜੀਵਨ ਦੀਆਂ ਲੋੜਾਂ ਪੂਰੀਆਂ ਕਰਨ ਲਈ ਲਾਜ਼ਮੀ ਹੁੰਦੀ ਹੈ। ਪੈਦਾਵਾਰ ਲਈ ਕੀਤੇ ਅਭਿਆਸ ਵਿੱਚੋਂ ਉਹ ਨਵੀਂ ਚੇਤਨਾ ਹਾਸਲ ਕਰਕੇ ਅਕਸਰ ਹੀ ਨਿਵੇਕਲੇ ਢੰਗ ਨਾਲ ਪੈਦਾਵਾਰ ਕਰਦਾ ਹੈ। ਉਸ ਨਿਵੇਕਲੇ ਢੰਗ ਵਿੱਚੋਂ ਪੈਦਾ ਹੋਈ ਹੋਰ ਨਵੀਂ ਚੇਤਨਾ ਦੁਆਰਾ ਉਹ ਪੈਦਾਵਾਰ ਲਈ ਹੋਰ ਨਵੇਂ ਨਿਵੇਕਲੇ ਢੰਗ ਦੀ ਵਰਤੋਂ ਕਰਦਾ ਹੈ। ਇਸ ਸਿਲਸਿਲੇ ਦਾ ਕੋਈ ਅੰਤ ਨਹੀਂ ਹੁੰਦਾ। ਸੰਖੇਪ ਸ਼ਬਦਾਂ ਵਿੱਚ ਇਹ ਕਿ ਇਨਸਾਨ ਪਸ਼ੂ ਨਾ ਹੋ ਕੇ ਇੱਕ ਸਿਰਜਣਹਾਰ ਪ੍ਰਾਣੀ ਹੈ। ਇਹ ਹੈ ਇਨਸਾਨ ਦੀ ਪਸ਼ੂਆਂ ਨਾਲੋਂ ਵੱਖਰੀ ਪਛਾਣ। ਪਰ ਜਿਸ ਕਿਸੇ ਇਨਸਾਨ ਦੀ ਸੋਚ ਸਰਗਰਮੀ ਕਾਮ ਤੋਂ ਹੀ ਸ਼ੁਰੂ ਹੋ ਕੇ ਕਾਮ ਉੱਤੇ ਹੀ ਖਤਮ ਹੁੰਦੀ ਹੋਵੇ ਅਤੇ ਉਹ ਨਾ ਕੇਵਲ ਕਿਧਰੇ ਬਾਹਰ ਸਗੋਂ ਦੋਸਤਾਂ ਰਿਸ਼ਤੇਦਾਰਾਂ ਦੇ ਘਰ ਜਾ ਕੇ ਵੀ ਕੁੱਤਿਆਂ ਵਾਂਗ ਕੇਵਲ ਔਰਤਾਂ ਹੀ ਸੁੰਘਦਾ ਫਿਰਦਾ ਹੋਵੇ, ਉਸ ਨੂੰ ਬਿਨਾਂ ਸ਼ੱਕ ਪਸ਼ੂ ਹੀ ਆਖਿਆ ਜਾ ਸਕਦਾ ਹੈ। ਕਿਉਂਕਿ ਅਸੀਂ ਦੇਖਦੇ ਹਾਂ ਕਿ ਅਜਿਹਾ ਗੁਣ ਪਦਾਰਥ ਦੇ ਦੂਜੇ ਪੜਾਅ ਵਿੱਚ ਹੀ ਹੁੰਦਾ ਹੈ ਅਤੇ ਇਸ ਦੂਜੇ ਪੜਾਅ ਵਿੱਚ ਪਦਾਰਥ ਪਸ਼ੂ ਦੇ ਰੂਪ ਵਿੱਚ ਹੀ ਹੈ। ਇਸ ਤਰ੍ਹਾਂ ਹੁਣ ਅਸੀਂ ਜਾਣ ਚੁੱਕੇ ਹਾਂ ਕਿ ਮਰਦ ਵੱਧ ਤੋਂ ਵੱਧ ਔਰਤਾਂ ਨਾਲ ਸਰੀਰਕ ਸੰਬੰਧ ਕਿਹੜੇ ਦੋ ਕਾਰਨਾਂ ਤੋਂ ਰੱਖਦੇ ਰਹੇ ਹਨ ਅਤੇ ਰੱਖ ਰਹੇ ਹਨ। ਇਸ ਵਿਸ਼ੇ ਉੱਤੇ ਹੋਰ ਜਾਣਕਾਰੀ ਮੇਰੀ ਕਿਤਾਬ ਵਿੱਚ ਪੜ੍ਹੀ ਜਾ ਸਕਦੀ ਹੈ। ਲੜਾਕੂ ਲਟੇਰੇ ਗਰੋਹਾਂ ਦੇ ਮੁਖੀ ਅਤੇ ਧਾਰਮਿਕ ਪਰਜੀਵੀ ਲੋਕ ਵੱਧ ਤੋਂ ਵੱਧ ਔਰਤਾਂ ਭੋਗਣ ਦਾ ਇੱਕ ਸਮਾਜਿਕ ਨਿਯਮ ਲਾਗੂ ਕਰਦੇ ਰਹੇ ਹਨ। ਕੋਈ ਅਜਿਹਾ ਸਮਾਂ ਵੀ ਰਿਹਾ ਹੈ ਕਿ ਕਾਮਿਆਂ ਦੇ ਘਰ ਪਿੰਡ ਵਿੱਚ ਆਈ ਹਰ ਨਵੀਂ ਵਹੁਟੀ ਨੂੰ ਆਪਣੀ ਪਹਿਲੀ ਰਾਤ ਮੰਦਰ ਦੇ ਪੁਜਾਰੀ ਨਾਲ ਬਿਤਾਉਣੀ ਲਾਜ਼ਮੀ ਸੀ। ਬਾਅਦ ਵਿੱਚ ਇਸ ਪਰੰਪਰਾ ਨੇ ਜਰਾ ਰੂਪ ਬਦਲਿਆ, ਜਿਸ ਨਾਲ ਨਵੀਂ ਵਹੁਟੀ ਨੂੰ ਬ੍ਰਾਹਮਣ ਦੀ ਗੋਦ ਵਿੱਚ ਬਿਠਾ ਕੇ ਹੀ ਉਠਾ ਲਿਆ ਜਾਂਦਾ। ਦੇਵਦਾਸੀ ਪਰੰਪਰਾ ਅੱਜ ਵੀ ਸਾਡੇ ਦੇਸ਼ ਵਿੱਚ ਪੂਰੇ ਜ਼ੋਰ ਸ਼ੋਰ ਨਾਲ ਜਾਰੀ ਹੈ ਅਤੇ ਮੁਨਾਫੇ ਕਮਾਉਣ ਦੀ ਬੇਲਗਾਮ ਦੌੜ ਵਿੱਚ ਲੜਕੀਆਂ ਨੂੰ ਚੁਰਾਉਣ ਅਤੇ ਵੇਚਣ ਦਾ ਧੰਦਾ ਵਿਆਪਕ ਅਤੇ ਵੱਡੇ ਪੱਧਰ 'ਤੇ ਲੁੱਟੂ ਸਰਕਾਰਾਂ ਦੀ ਸਰਪ੍ਰਸਤੀ ਹੇਠ ਬੇਖੌਫ ਚੱਲ ਰਿਹਾ ਹੈ। ਖਰੀਦੀਆਂ ਵੇਚੀਆਂ ਜਾ ਰਹੀਆਂ ਆਦਿਵਾਸੀ ਲੜਕੀਆਂ ਦੀ ਦੁਰਦਸ਼ਾ ਨੂੰ ਦਰਸਾਉਣ ਲਈ ਜੇਕਰ ਅਤਿਕਥਨੀ ਸ਼ਬਦ ਵਰਤੀਏ ਤਾਂ ਕਹਿ ਸਕਦੇ ਹਾਂ ਕਿ ਪੱਥਰ ਵੀ ਰੋ ਪੈਣ।
ਧਰਮ ਦੇ ਨਾਂ 'ਤੇ ਸਮਾਜ ਦਾ ਕੋੜ ਬਣੇ ਬੇਲੜ ਪਰਜੀਵੀ ਲੋਕ ਨਾ ਕੇਵਲ ਔਰਤਾਂ ਅਤੇ ਲੜਕੀਆਂ ਨੂੰ ਸਗੋਂ ਨਾਬਾਲਗ ਬੱਚੀਆਂ ਨੂੰ ਵੀ ਆਪਣੀ ਭੁੱਖ ਦਾ ਸ਼ਿਕਾਰ ਬਣਾ ਰਹੇ ਹਨ। ਧਾਰਮਿਕ ਸ਼ਰਧਾ ਮਨੁੱਖ ਨੂੰ ਬੇਦਿਮਾਗ ਬਣਾਉਂਦੀ ਹੈ, ਸੋ ਬੇਦਿਮਾਗ ਸ਼ਰਧਾਲੂ ਲੋਕ ਆਪ ਆਪਣੀਆਂ ਬੱਚੀਆਂ ਨੂੰ ਸਾਧੂ ਸੰਤਾਂ ਦੇ ਡੇਰਿਆਂ ਵਿੱਚ ਛੱਡ ਦਿੰਦੇ ਹਨ। ਉੱਥੇ ਉਹਨਾਂ ਬੱਚੀਆਂ ਨਾਲ ਜੋ ਵੀ ਸਲੂਕ ਹੁੰਦਾ ਹੋਵੇ ਉਸ ਵਿੱਚ ਉਹਨਾਂ ਸ਼ਰਧਾਲੂਆਂ ਨੂੰ ਕੁਝ ਵੀ ਗਲਤ ਨਜ਼ਰ ਨਹੀਂ ਆਉਂਦਾ। ਬੇਲੜ ਪਰਜੀਵੀ ਲੋਕਾਂ ਨੇ ਔਰਤ ਨੂੰ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲੇ ਲੋਕਾਂ ਨੂੰ ਆਪਣੇ ਅਧੀਨ ਰੱਖਣ ਲਈ ਰਾਮਾਇਣ ਅਤੇ ਮਹਾਭਾਰਤ ਵਰਗੇ ਗ੍ਰੰਥ ਲਿਖ ਕੇ ਗੁਲਾਮੀ ਦਾ ਪਾਠ ਪੜ੍ਹਾਇਆ ਹੈ ਅਤੇ ਕੋਈ ਸ਼ੱਕ ਨਹੀਂ ਕਿ ਬ੍ਰਾਹਮਣਵਾਦੀਆਂ ਨੂੰ ਆਪਣੇ ਇਸ ਉਦੇਸ਼ ਵਿੱਚ ਸਫਲਤਾ ਹਾਸਲ ਵੀ ਹੋਈ ਹੈ। ਆਪਣੀ ਭਟਕਾਊ ਅਤੇ ਗੈਰ ਵਿਗਿਆਨਕ ਸਿੱਖਿਆ ਦੇ ਪ੍ਰਚਾਰ ਪ੍ਰਸਾਰ ਲਈ ਪੁਜਾਰੀ ਅਤੇ ਆਪਣੇ ਸਮਾਨ ਦੀ ਮਸ਼ਹੂਰੀ ਕਰਕੇ ਵੇਚਣ ਲਈ ਵਪਾਰੀ ਲੋਕ ਔਰਤ ਨੂੰ ਕਠਪੁਤਲੀ ਦੀ ਤਰ੍ਹਾਂ ਖੂਬ ਇਸਤੇਮਾਲ ਕਰਦੇ ਹਨ। ਬਾਲੀਵੁੱਡ ਅਭਿਨੇਤਰੀਆਂ ਦੀ ਤਰ੍ਹਾਂ ਧਾਰਮਿਕ ਅਗਿਆਨਤਾ ਦਾ ਪ੍ਰਚਾਰ ਪ੍ਰਸਾਰ ਕਰਨ ਵਾਲੀਆਂ ਲੜਕੀਆਂ ਮਸ਼ਹੂਰ ਹੋ ਰਹੀਆਂ ਹਨ। YouTube ਉੱਤੇ ਉਹਨਾਂ ਦੀ ਦਿੱਖ ਅਤੇ ਉਹ ਵਿਸ਼ਾ ਜਿਸ ਉੱਤੇ ਉਹ ਆਪਣੇ ਪ੍ਰਵਚਨ ਸੁਣਾ ਰਹੀਆਂ ਹੁੰਦੀਆਂ ਹਨ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਲਈ ਕਾਫੀ ਹੁੰਦਾ ਹੈ। ਵਿਸ਼ੇ ਜਾਂ ਵੀਡੀਓ ਦੇ ਸਿਰਲੇਖ ਕੁਝ ਅਜਿਹੇ ਹੁੰਦੇ ਹਨ। कभी किसी को संभोग करते हुए मत देखना, सुबह और सायंकाल का संभोग कितना घातक होता है, खूबसूरत साध्वी की प्रेम कहानी, इकल्ले में देखना इस वीडियो को, वगैरह वगैरह। ਵਪਾਰੀ ਲੋਕ ਕਿਤਾਬਾਂ ਦੀ ਦੁਨੀਆ ਵਿੱਚ ਵੀ ਸਰਗਰਮ ਹਨ। ਕਈ ਵਾਰ ਉਹ ਕਿਸੇ ਕਿਤਾਬ ਦੇ ਕਵਰ ਪੇਜ ਉੱਤੇ ਔਰਤ ਦਾ ਸੁੰਦਰ ਅਤੇ ਆਕਰਸ਼ਕ ਚਿਹਰਾ ਛਾਪ ਦਿੰਦੇ ਹਨ, ਪਰ ਕਿਤਾਬ ਦੇ ਨਾਂ ਦਾ ਉਸ ਨਾਲ ਕੋਈ ਸੰਬੰਧ ਨਹੀਂ ਹੁੰਦਾ। ਬੂਟਾ ਸਿੰਘ ਸਾਹਿਬ ਦੀ ਕਿਤਾਬ ਕੁੱਤਿਆਂ ਵਾਲੇ ਸਰਦਾਰ ਉੱਤੇ ਦੇਖਣ ਵਾਲਿਆਂ ਦੀਆਂ ਅੱਖਾਂ 'ਚ ਅੱਖਾਂ ਪਾਉਂਦਾ ਔਰਤ ਦਾ ਇੱਕ ਅਜਿਹਾ ਵੱਡਾ ਚਿਹਰਾ ਛਾਪਿਆ ਦੇਖਣ ਨੂੰ ਮਿਲਦਾ ਹੈ, ਜਿਸ ਤੋਂ ਕੇਵਲ ਇੱਕ ਹੀ ਸੰਦੇਸ਼ ਮਿਲ ਰਿਹਾ ਹੈ ਕਿ ਉਹ ਔਰਤ ਚਿਹਰੇ ਨੂੰ ਗੋਰਾ ਚਿੱਟਾ ਬਣਾਉਣ ਵਾਲੇ ਕਿਸੇ ਬਿਊਟੀ ਪ੍ਰੋਡਕਟ, ਕਿਸੇ ਕਰੀਮ ਜਾਂ ਸਾਬਣ ਦੀ ਮਸ਼ਹੂਰੀ ਕਰ ਰਹੀ ਹੈ। ਔਰਤ ਦਾ ਉਹ ਸੁੰਦਰ ਚਿਹਰਾ ਨਾ ਕੋਈ ਕੁੱਤਾ ਹੈ ਅਤੇ ਨਾ ਹੀ ਕੋਈ ਸਰਦਾਰ, ਅਤੇ ਨਾ ਹੀ ਕਿਤਾਬ ਵਿੱਚ ਲੇਖਕ ਦੁਆਰਾ ਲਿਖੀ ਕਿਸੇ ਘਟਨਾ ਨੂੰ ਦਰਸਾਉਂਦਾ ਹੈ। ਦੋ ਨੁਕਤੇ ਸਾਡੇ ਸਾਹਮਣੇ ਸਾਫ਼ ਸਪਸ਼ਟ ਹਨ। ਇੱਕ ਇਹ ਕਿ ਵਿਆਹ ਹੋਣ ਤੋਂ ਬਾਅਦ ਔਰਤ ਨੇ ਮਰਦ ਦੇ ਪਿਤਾ ਪੁਰਖੀ ਮਕਾਨ ਵਿੱਚ ਹੀ ਰਹਿਣਾ ਹੁੰਦਾ ਹੈ। ਦੂਜਾ ਨੁਕਤਾ ਇਹ ਹੈ ਕਿ ਵਿਆਹ ਹੋਣ ਤੋਂ ਬਾਅਦ ਆਪਣੇ ਸਹੁਰੇ ਘਰ ਗਈ ਔਰਤ ਨੇ ਜੇਕਰ ਆਪਣੇ ਭਰਾਵਾਂ ਨਾਲ ਰਿਸ਼ਤਾ ਕਾਇਮ ਰੱਖਣਾ ਹੁੰਦਾ ਹੈ ਤਾਂ ਉਸ ਨੂੰ ਆਪਣੇ ਹਿੱਸੇ ਦੀ ਜ਼ਮੀਨ ਆਪਣੇ ਭਰਾਵਾਂ ਦੇ ਨਾਲ ਲਾਜ਼ਮੀ ਹੀ ਕਰਵਾਉਣੀ ਪੈਂਦੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਮਰਦ ਦੀ ਨਿੱਜੀ ਜਾਇਦਾਦ ਵਿੱਚ ਹੀ ਸ਼ਾਮਲ ਹੁੰਦੀ ਹੈ। ਜਿਸ ਤਰ੍ਹਾਂ ਕਿਸੇ ਆਦਮੀ ਲਈ ਉਸ ਦਾ ਮੋਟਰਸਾਈਕਲ, ਗੱਡੀ, ਜੁੱਤੇ ਜਾਂ ਸਾਬਣ, ਸ਼ੈਂਪੂ ਆਦਿ ਹੁੰਦਾ ਹੈ, ਭਾਵ ਜੋ ਵੀ ਉਸਦੇ ਰੋਜ਼ਾਨਾ ਜੀਵਨ ਵਿੱਚ ਉਸਦੇ ਲਈ ਵਰਤਣਯੋਗ ਸਮਾਨ ਹੁੰਦਾ ਹੈ। ਵਿਆਹ ਤੋਂ ਪਹਿਲਾਂ ਔਰਤ ਨੇ ਬਾਪ ਅਤੇ ਭਰਾ ਦੀ ਇੱਜ਼ਤ ਲਈ ਜੀਣਾ ਹੁੰਦਾ ਹੈ, ਜਦਕਿ ਵਿਆਹ ਤੋਂ ਬਾਅਦ ਪਤੀ ਦੀ ਇੱਜ਼ਤ ਲਈ। ਸਭ ਲਈ ਉਪਯੋਗੀ ਹੋਣ ਦੇ ਬਾਵਜੂਦ ਉਹ ਪੇਕੇ ਘਰ ਲਈ ਵੀ ਵਿਗਿਆਨੀ ਹੁੰਦੀ ਹੈ ਅਤੇ ਸਹੁਰੇ ਘਰ ਲਈ ਵੀ। ਨੰਨੀਆਂ ਬੱਚੀਆਂ ਨੂੰ ਮਜ਼ਾਕ ਵਿੱਚ ਹਰ ਕੋਈ ਆਖ ਸਕਦਾ ਹੈ ਕਿ ਤੈਨੂੰ ਟੋਭੇ ਵਿੱਚ ਸੁੱਟ ਦੇਣਾ ਹੈ, ਤੇਰਾ ਗਲਾ ਘੁੱਟ ਦੇਣਾ ਹੈ ਜਾਂ ਗਲਾ ਵੱਢ ਦੇਣਾ ਹੈ। ਪਰ ਜੇਕਰ ਅਜਿਹਾ ਮਜ਼ਾਕ ਕੋਈ ਉਸ ਬੱਚੇ ਨੂੰ ਕਰ ਦੇਵੇ ਜੋ ਲੜਕਾ ਹੋਵੇ ਤਾਂ ਦਾ ਭੁਚਾਲ ਆ ਜਾਂਦਾ ਹੈ। ਅਜਿਹਾ ਬੋਲਣ ਵਾਲੇ ਨਾਲ ਮਿਲਵਰਤਨ ਵੀ ਬੰਦ ਹੋ ਜਾਂਦਾ ਹੈ। ਔਰਤ ਬਾਰੇ ਮੇਰੇ ਇਹਨਾਂ ਵਿਚਾਰਾਂ ਨੂੰ ਜਾਣ ਕੇ ਮੇਰੇ ਮੂੰਹ ਮੱਥੇ ਲੱਗਣ ਵਾਲੇ ਮਰਦ ਇਸ ਗਲਤਫਹਿਮੀ ਵਿੱਚ ਨਾ ਪੈਣ ਕਿ ਮੈਂ ਉਹਨਾਂ ਵਿੱਚੋਂ ਹੀ ਕਿਸੇ ਦੀ ਜੀਵਨ ਸ਼ੈਲੀ ਉੱਤੇ ਉਂਗਲ ਉਠਾ ਰਿਹਾ ਹਾਂ। ਬਹੁਤੇ ਕਹਿ ਦਿੰਦੇ ਨੇ ਕਿ ਇਹ ਮੈਨੂੰ ਕਹਿ ਰਿਹਾ ਹੈ, ਇਸ ਤਰ੍ਹਾਂ ਦਾ ਕੁਝ ਨਹੀਂ। ਕਿਉਂਕਿ ਜਨਤਕ ਤੌਰ 'ਤੇ ਮੇਰਾ ਲਿਖਣਾ ਬੋਲਣਾ ਕਦੇ ਵੀ ਕਿਸੇ ਵਿਅਕਤੀ ਵਿਸ਼ੇਸ਼ ਲਈ ਨਹੀਂ ਹੁੰਦਾ, ਸਗੋਂ ਉਹ ਪੂਰੇ ਸਮਾਜ ਨੂੰ ਹੀ ਮੁਖਾਤਬ ਹੁੰਦਾ ਹੈ। ਮਰਦ ਪ੍ਰਧਾਨ ਸਮਾਜ ਵਿੱਚ ਹਮੇਸ਼ਾ ਔਰਤ ਹੀ ਕਰੈਕਟਰਲੈਸ ਹੁੰਦੀ ਹੈ, ਜਦਕਿ ਮਰਦ ਭਾਵੇਂ ਜਿੰਨਾ ਵੀ ਵਿਗੜਿਆ ਹੋਇਆ ਹੋਵੇ, ਕੁੱਤਿਆਂ ਵਾਂਗ ਔਰਤਾਂ ਸੁੰਘਦਾ ਫਿਰਦਾ ਹੋਵੇ, ਉਹ ਅਵਾਰਾ ਜਾਂ ਗੁੰਡਾ ਬਦਮਾਸ਼ ਮੰਨਿਆ ਜਾ ਸਕਦਾ ਹੈ, ਨਸ਼ੇੜੀ ਜਾਂ ਚੋਰ ਲਟੇਰਾ ਮੰਨਿਆ ਜਾ ਸਕਦਾ ਹੈ, ਪਰ ਉਸ ਨੂੰ ਕਰੈਕਟਰਲੈਸ ਕਦੇ ਨਹੀਂ ਆਖਿਆ ਜਾਂਦਾ। ਘਰ ਵਿੱਚ ਝਗੜਾ ਹੋ ਜਾਵੇ ਤਾਂ ਸੁਲ੍ਹਾ ਸਮਝੌਤਾ ਕਰਵਾਉਣ ਵਾਲੇ ਲੋਕ ਨਿਭਣ ਲਈ, ਭਾਵ ਝੁਕਣ ਲਈ ਸਹਿਣਸ਼ੀਲਤਾ ਦਾ ਪਾਠ ਹਮੇਸ਼ਾ ਔਰਤ ਨੂੰ ਜਾਂ ਔਰਤ ਦੇ ਮਾਪਿਆਂ ਨੂੰ ਹੀ ਪੜ੍ਹਾਉਂਦੇ ਹਨ, ਕਿਉਂਕਿ ਹੱਦੋਂ ਵੱਧ ਸਿਆਣੇ ਲੋਕਾਂ ਮੁਤਾਬਕ ਮਰਦ ਭਾਂਡੇ ਭੰਨ ਸਕਦਾ ਹੈ, ਗਾਲੀ ਗਲੋਚ ਕਰ ਸਕਦਾ ਹੈ ਅਤੇ ਅਵਾਰਾ ਹੋ ਸਕਦਾ ਹੈ।
ਪਰ ਔਰਤ ਨੂੰ ਹਮੇਸ਼ਾ ਝੁੱਕ ਕੇ ਹੀ ਰਹਿਣਾ ਪੈਂਦਾ ਹੈ, ਕਿਉਂਕਿ ਉਸਨੇ ਆਪਣਾ ਘਰ ਵਸਾਉਣਾ ਹੁੰਦਾ ਹੈ ਅਤੇ ਆਪਣੇ ਬੱਚੇ ਪਾਲਣੇ ਹੁੰਦੇ ਹਨ। ਕੋਈ ਆਖਦਾ ਹੈ ਕਿ ਜਨਾਨੀ ਦੀ ਗੁੱਤ ਪਿੱਛੇ ਮੱਤ ਹੁੰਦੀ ਹੈ, ਕੋਈ ਆਖਦਾ ਹੈ ਗਿੱਟਿਆਂ ਵਿੱਚ। ਕੋਈ ਆਖਦਾ ਹੈ ਕਿ ਮਰਦ ਦਾ ਬੱਚਾ ਉਹੀ ਹੁੰਦਾ ਹੈ ਜੋ ਜਨਾਨੀ ਨੂੰ ਆਪਣੀ ਜੁੱਤੀ ਹੇਠ ਰੱਖ ਸਕਦਾ ਹੋਵੇ, ਨਹੀਂ ਤਾਂ ਇਹ ਬੰਦੇ ਨੂੰ ਬਰਬਾਦ ਕਰ ਦਿੰਦੀ ਹੈ। ਚੰਗੀਆਂ ਬੁਰੀਆਂ ਔਰਤਾਂ ਹੀ ਨਹੀਂ, ਸਗੋਂ ਮਰਦ ਵੀ ਹੁੰਦੇ ਹਨ। ਫਿਰ ਵੀ ਅਜਿਹੇ ਅਖੌਤੀ ਗਿਆਨ ਭਰਪੂਰ ਟੋਟਕੇ ਔਰਤ ਲਈ ਹੀ ਵਰਤੇ ਜਾਂਦੇ ਹਨ, ਕਿਉਂਕਿ ਪਛੜੀ ਮਾਨਸਿਕਤਾ ਸਾਡੇ ਸਮਾਜ ਵਿੱਚ ਮਰਦ ਦੀ ਪ੍ਰਧਾਨਤਾ ਨੂੰ ਹੀ ਸਵੀਕਾਰਦੀ ਹੈ। ਆਪਣੀ ਔਰਤ ਨੂੰ ਭੱਦੀ ਸ਼ਬਦਾਵਲੀ ਨਾਲ ਸੰਬੋਧਨ ਕਰਨ ਵਿੱਚ ਮਾਣ ਮਹਿਸੂਸ ਕਰਨ ਵਾਲੇ ਮਰਦਾਂ ਨਾਲੋਂ ਉਹਨਾਂ ਮਰਦਾਂ ਨੂੰ ਚੰਗੇ ਸਮਝਿਆ ਜਾ ਸਕਦਾ ਹੈ ਜੋ ਆਪਣੀ ਔਰਤ ਨੂੰ ਨੀ ਆਖ ਕੇ ਬੁਲਾਉਂਦੇ ਹਨ। ਪਰ ਔਰਤ ਨੂੰ ਨੀ ਆਖ ਕੇ ਬੁਲਾਉਣ ਵਾਲੇ ਮਰਦਾਂ ਨਾਲੋਂ ਉਹਨਾਂ ਮਰਦਾਂ ਨੂੰ ਚੰਗੇ ਸਮਝਿਆ ਜਾ ਸਕਦਾ ਹੈ ਜੋ ਆਪਣੀ ਔਰਤ ਨੂੰ ਉਸ ਦਾ ਨਾਂ ਲੈ ਕੇ ਬੁਲਾਉਂਦੇ ਹਨ। ਪਰ ਧਿਆਨ ਦਿਓ ਕਿ ਇਹਨਾਂ ਤਿੰਨ ਹੀ ਤਰ੍ਹਾਂ ਦੇ ਮਰਦਾਂ ਦੀਆਂ ਔਰਤਾਂ ਆਪਣੇ ਮਰਦ ਦਾ ਕਦੇ ਨਾਂ ਨਹੀਂ ਲੈਂਦੀਆਂ, ਸਗੋਂ ਜੀ ਕਰਦੀਆਂ ਮਿਲਦੀਆਂ ਹਨ। ਕੋਈ ਮਰਦ ਆਪਣੇ ਯਾਰਾਂ ਰਿਸ਼ਤੇਦਾਰਾਂ ਵਿੱਚ ਮਾਣ ਕਰ ਸਕਦਾ ਹੈ ਕਿ ਉਸ ਦੀ ਔਰਤ ਉਸ ਨੂੰ ਜੀ ਕਰਦੀ ਹੈ, ਤੂੰ ਦੀ ਥਾਂ ਹਮੇਸ਼ਾ ਤੁਸੀਂ ਸ਼ਬਦ ਵਰਤਦੀ ਹੈ। ਪਰ ਉਹ ਆਪ ਆਪਣੀ ਔਰਤ ਨਾਲ ਕਿਹੋ ਜਿਹਾ ਵਿਵਹਾਰ ਕਰਦਾ ਹੈ ਅਤੇ ਉਸ ਲਈ ਕਿਹੋ ਜਿਹੀ ਬੋਲੀ ਵਰਤਦਾ ਹੈ, ਇਸ ਬਾਰੇ ਉਸ ਨੂੰ ਪੁੱਛਣ ਵਾਲਾ ਕੋਈ ਨਹੀਂ ਹੁੰਦਾ, ਕਿਉਂਕਿ ਉਹ ਇੱਕ ਮਰਦ ਹੁੰਦਾ ਹੈ ਅਤੇ ਉਸ ਦੀ ਮਰਦਾਨਗੀ ਦੀ ਸ਼ਾਨ ਵਿੱਚ ਉਸ ਵਕਤ ਵਾਧਾ ਹੋ ਜਾਂਦਾ ਹੈ ਜਦੋਂ ਉਹ ਆਪਣੀ ਔਰਤ ਤੋਂ ਬਿਨਾਂ ਘੱਟੋ ਘੱਟ ਇੱਕ ਦੋ ਹੋਰ ਔਰਤਾਂ ਨਾਲ ਸੰਬੰਧ ਰੱਖਦਾ ਹੋਵੇ, ਸ਼ਾਮੀ ਸ਼ਰਾਬ ਪੀ ਕੇ ਭਾਂਡੇ ਪਾਉਂਦਾ ਹੋਵੇ। ਧਾਰਮਿਕ ਸਿੱਖਿਆ ਜੋ ਚੰਗੇ ਭਲੇ ਮਨੁੱਖ ਨੂੰ ਚਰਨਾਂ ਦੀ ਧੂੜ ਵਿੱਚ ਬਦਲ ਦੇਣ ਦੇ ਲਈ ਹੀ ਹੁੰਦੀ ਹੈ, ਜੋ ਕਿਰਤੀ ਨੂੰ ਮਾਲਕ ਦੇ ਅਤੇ ਔਰਤ ਨੂੰ ਮਰਦ ਦੇ ਅਧੀਨ ਰਹਿਣਾ ਸਿਖਾਉਂਦੀ ਹੈ। ਉਸ ਸਿੱਖਿਆ ਉੱਤੇ ਚੱਲਦੇ ਹੋਏ ਕੁਝ ਔਰਤਾਂ ਚੁੱਪ ਰਹਿ ਕੇ ਆਪਣੇ ਮਰਦ ਦੀਆਂ ਬੇਇਨਸਾਫੀਆਂ ਸਹਿਣ ਵਿੱਚ ਹੀ ਆਪਣਾ ਮਾਣ ਸਨਮਾਨ ਮਹਿਸੂਸ ਕਰਦੀਆਂ ਹਨ। ਅਜਿਹਾ ਨਹੀਂ ਹੈ ਕਿ ਕੁਝ ਔਰਤਾਂ ਦੇ ਸ਼ਰਮਨਾਕ ਅਤੇ ਨੀਚ ਕਾਰਨਾਮਿਆਂ ਦੀਆਂ ਉਦਾਹਰਨਾਂ ਸਾਡੇ ਸਾਹਮਣੇ ਨਹੀਂ ਹਨ, ਪਰ ਅਸੀਂ ਹਮੇਸ਼ਾ ਉਸ ਵਿਸ਼ੇ ਦੇ ਹੀ ਪੱਖ ਜਾਂ ਵਿਰੋਧ ਵਿੱਚ ਵਿਚਾਰ ਪ੍ਰਗਟ ਕਰ ਸਕਦੇ ਹਾਂ ਜਿਹੜਾ ਵਿਆਪਕ ਪੱਧਰ ਉੱਤੇ ਹੋਵੇ। ਔਰਤ ਨੂੰ ਮਾਣ ਦੇਣ ਦੇ ਨਾਂ 'ਤੇ ਕੋਈ ਆਪਣੀ ਧੀ ਨੂੰ ਪੁੱਤ ਆਖਦਾ ਹੈ, ਕੋਈ ਔਰਤ ਨੂੰ ਦੇਵੀ ਆਖ ਕੇ ਪੂਜਣ ਯੋਗ ਦੱਸਦਾ ਹੈ ਅਤੇ ਕੋਈ ਔਰਤ ਨੂੰ ਕਮਜ਼ੋਰ ਅਤੇ ਨਿਮਾਣੀ ਦੱਸ ਕੇ ਮਰਦਾਂ ਨੂੰ ਸੁਝਾਅ ਦਿੰਦਾ ਹੈ ਕਿ ਔਰਤ ਨਾਲ ਬਦਸਲੂਕੀ ਨਹੀਂ ਕਰਨੀ ਚਾਹੀਦੀ। ਪਰ ਆਪਣੀ ਅਜਿਹੀ ਸੋਚ ਸਰਗਰਮੀ ਕਾਰਨ ਜਾਣੇ ਅਣਜਾਣੇ ਇਹ ਸਭ ਲੋਕ ਔਰਤ ਵਿਰੋਧੀ ਹੀ ਹਨ, ਔਰਤ ਦੀ ਪਛਾਣ ਅਤੇ ਅਹਿਮੀਅਤ ਨੂੰ ਖਤਮ ਕਰਨ ਦੇ ਹੀ ਜ਼ਿੰਮੇਵਾਰ ਹੁੰਦੇ ਹਨ। ਧੀ ਨੂੰ ਪੁੱਤ ਆਖਣ ਦੀ ਕੋਈ ਲੋੜ ਨਹੀਂ ਹੁੰਦੀ, ਕਿਉਂਕਿ ਧੀਆਂ ਦੀ ਥਾਂ ਪੁੱਤ ਕਦੇ ਨਹੀਂ ਲੈ ਸਕਦੇ। ਤੁਸੀਂ ਆਪਣੀ ਧੀ ਨੂੰ ਪੁੱਤ ਕੇਵਲ ਇਸ ਲਈ ਆਖਦੇ ਹੋ ਕਿਉਂਕਿ ਤੁਹਾਨੂੰ ਨੂੰਹ ਚਾਹੀਦੀ ਹੈ, ਪਰ ਧੀ ਨਹੀਂ। ਔਰਤ ਨੂੰ ਦੇਵੀ ਦੇ ਰੂਪ ਵਿੱਚ ਪੂਜਣਾ ਪਸੰਦ ਕਰਦੇ ਹੋ, ਇਸ ਦੇ ਦੋ ਕਾਰਨ ਤੁਹਾਡੀ ਮਾਨਸਿਕਤਾ ਵਿੱਚ ਪਏ ਹਨ। ਤੁਸੀਂ ਔਰਤ ਨੂੰ ਮਰਦ ਦੇ ਬਰਾਬਰ ਬਣਦਾ ਮਾਣ ਸਤਿਕਾਰ ਨਹੀਂ ਦਿੰਦੇ, ਜਿਸ ਕਾਰਨ ਤੁਹਾਡਾ ਜ਼ਮੀਰ ਤੁਹਾਨੂੰ ਜੋ ਲਾਹਨਤਾਂ ਪਾਉਂਦਾ ਹੈ, ਉਹਨਾਂ ਦੀ ਮਾਰ ਤੋਂ ਆਪਣੇ ਆਪ ਨੂੰ ਬਚਾਉਣ ਲਈ ਤੁਸੀਂ ਔਰਤ ਦੀ ਮੂਰਤ ਨੂੰ ਪੂਜਣ ਲਈ ਮਜਬੂਰ ਹੁੰਦੇ ਹੋ। ਰਹੀ ਗੱਲ ਉਹਨਾਂ ਦੀ ਜੋ ਔਰਤ ਨੂੰ ਕਮਜ਼ੋਰ ਅਤੇ ਨਿਮਾਣੀ ਦੱਸਦੇ ਹਨ, ਅਜਿਹੇ ਲੋਕ ਜਿਮ ਜਾਣ ਵਾਲੇ ਆਪਣੇ ਬਾਡੀ ਬਿਲਡਰ ਮਰਦਾਂ ਨੂੰ ਹੀ ਬੱਚੇ ਪੈਦਾ ਕਰਨ ਅਤੇ ਬੱਚਿਆਂ ਨੂੰ ਦੁੱਧ ਪਿਲਾਉਣ ਲਈ ਆਖਣ, ਕਿਉਂਕਿ ਔਰਤ ਨਿਮਾਣਾ ਜੀਵ ਹੈ, ਕੇਵਲ ਮਰਦਾਂ ਦੇ ਤਰਸ ਦੀ ਪਾਤਰ ਹੈ। ਸੋ ਔਰਤ ਵਾਲੀਆਂ ਜ਼ਿੰਮੇਵਾਰੀਆਂ ਹਮੇਸ਼ਾ ਸਾਨ ਵਰਗੇ ਮਰਦਾਂ ਨੂੰ ਹੀ ਚੁੱਕਣੀਆਂ ਚਾਹੀਦੀਆਂ ਹਨ। ਸੁਪਰੀਮ ਕੋਰਟ ਨੇ ਔਰਤ ਦੇ ਦੇਹ ਵਪਾਰ ਨੂੰ ਮਾਣ ਸਤਿਕਾਰ ਦੇ ਕੇ ਹੋਰ ਜ਼ੋਰ ਸ਼ੋਰ ਨਾਲ ਅੱਗੇ ਵਧਣ ਲਈ ਹੱਲਾਸ਼ੇਰੀ ਦੇ ਦਿੱਤੀ ਹੈ, ਕਿਉਂਕਿ ਔਰਤ ਦੇ ਦੇਹ ਵਪਾਰ ਵਿੱਚੋਂ ਮੁਨਾਫੇ ਕਮਾਉਣ ਵਾਲੇ ਧਨਾੜ ਲੋਕ ਹੀ ਸਰਕਾਰਾਂ ਬਣਾਉਂਦੇ ਹਨ ਅਤੇ ਕੋਰਟ ਕਚਹਿਰੀਆਂ ਜੇਲ੍ਹਾਂ ਥਾਣੇ ਸਭ ਕੁਝ ਉਹਨਾਂ ਦਾ ਹੀ ਹੁੰਦਾ ਹੈ। ਜੇਕਰ ਕੋਈ ਇਹ ਆਖਦਾ ਹੈ ਕਿ ਔਰਤਾਂ ਆਪਣੀ ਇੱਛਾ ਨਾਲ ਹੀ ਆਪਣਾ ਜਿਸਮ ਵੇਚਦੀਆਂ ਹਨ, ਤਦ ਉਹ ਕੋਈ ਮਾਨਸਿਕ ਗੁਲਾਮ ਹੀ ਹੋ ਸਕਦਾ ਹੈ। ਮਰਦਾਂ ਦੀ ਤਰ੍ਹਾਂ ਔਰਤ ਵੀ ਮਾਣ ਸਨਮਾਨ, ਵਿਡਿਆਈ, ਪਿਆਰ ਅਤੇ ਸੁਰੱਖਿਆ ਚਾਹੁੰਦੀ ਹੈ। ਉਹ ਚਾਹੁੰਦੀ ਹੈ ਕਿ ਉਸ ਦਾ ਕੋਈ ਸਾਥੀ ਉਸ ਦੇ ਦੁੱਖ ਸੁੱਖ ਦਾ ਸਾਂਝੀ ਹੋਵੇ, ਉਸ ਦੀਆਂ ਲੋੜਾਂ ਪੂਰੀਆਂ ਕਰੇ, ਉਸ ਦੇ ਲਈ ਅਜਿਹੇ ਸ਼ੀਸ਼ੇ ਦਾ ਕੰਮ ਕਰੇ ਜੋ ਨਾ ਕੇਵਲ ਉਸ ਨੂੰ ਉਸ ਦੀ ਸ਼ਕਲ ਦਿਖਾਉਣ ਦਾ ਕੰਮ ਕਰਦਾ ਹੋਵੇ, ਸਗੋਂ ਉਸ ਦੇ ਰੋਜ਼ਾਨਾ ਜੀਵਨ ਦੇ ਵਿਵਹਾਰ ਬਾਰੇ ਵੀ ਇਹ ਦੱਸੇ ਕਿ ਕੀ ਖੂਬਸੂਰਤ ਸੀ ਅਤੇ ਕੀ ਬਦਸੂਰਤ, ਕੀ ਵਡਿਆਉਣਯੋਗ ਸੀ ਅਤੇ ਕੀ ਨਿੰਦਣਯੋਗ। ਦੂਜੇ ਪਾਸੇ ਜਿਸਮ ਵੇਚਣ ਵਾਲੀ ਔਰਤ ਨੂੰ ਸਾਡੇ ਸਮਾਜ ਵਿੱਚੋਂ ਅਜਿਹਾ ਕੋਈ ਸਾਥੀ ਨਹੀਂ ਮਿਲ ਸਕਦਾ। ਉਸ ਦੇ ਗਾਹਕ ਲਈ ਉਹ ਕੇਵਲ ਇੱਕ ਗੰਦਗੀ ਦਾ ਸੋਮਾ ਹੀ ਹੁੰਦੀ ਹੈ। ਉਹ ਉਸ ਨੂੰ ਭੋਗਦਾ ਹੈ ਅਤੇ ਪੈਸਾ ਦੇ ਕੇ ਚਲਾ ਜਾਂਦਾ ਹੈ, ਪਰ ਉਹ ਕਦੇ ਨਹੀਂ ਚਾਹੁੰਦਾ ਕਿ ਕਦੇ ਉਸ ਦੀ ਧੀ ਭੈਣ ਵੀ ਆਪਣਾ ਜਿਸਮ ਵੇਚਣ ਦਾ ਧੰਦਾ ਸ਼ੁਰੂ ਕਰੇ।
ਇਹ ਔਰਤਾਂ ਉਮਰ ਤੋਂ ਪਹਿਲਾਂ ਬਿਮਾਰੀਆਂ ਨਾਲ ਮਰ ਜਾਂਦੀਆਂ ਹਨ। ਜੋ ਬੱਚੀਆਂ ਰਹਿੰਦੀਆਂ ਹਨ ਉਹ ਬੁਢੇਪੇ ਵਿੱਚ ਜੇਕਰ ਆਪ ਆਪਣੀ ਅਗਵਾਈ ਵਿੱਚ ਬੱਚੀਆਂ ਤੇ ਮੁਟਿਆਰਾਂ ਦੇ ਜਿਸਮ ਵੇਚਣ ਦਾ ਧੰਦਾ ਨਾ ਸ਼ੁਰੂ ਕਰ ਸਕਣ ਤਦ ਉਹਨਾਂ ਦੀ ਜ਼ਿੰਦਗੀ ਅਵਾਰਾ ਗਾਵਾਂ ਵਰਗੀ ਹੋ ਜਾਂਦੀ ਹੈ, ਜੋ ਆਪਣਾ ਪੇਟ ਭਰਨ ਲਈ ਗੰਦ ਵੀ ਖਾ ਜਾਂਦੀਆਂ ਹਨ। ਥਾਂ ਥਾਂ ਤੋਂ ਧੱਕੀਆਂ ਠੁਕਰਾਈਆਂ ਜਾਂਦੀਆਂ ਹਨ। ਤੁਸੀਂ ਆਪਣੇ ਹੀ ਗਲੀ ਗੁਆਂਢ ਵਿੱਚ ਅਜਿਹੀ ਸ਼ਾਦੀशुदा ਔਰਤ ਦੇਖੀ ਹੋਵੇਗੀ ਜੋ ਆਪਣੇ ਪਤੀ ਦੇ ਹੁੰਦੇ ਹੋਏ ਗੈਰ ਮਰਦਾਂ ਨਾਲ ਵੀ ਸੰਬੰਧ ਰੱਖਦੀ ਹੋਵੇ, ਪਰ ਜੇਕਰ ਉਸ ਨੂੰ ਕਿਸੇ ਅਜਿਹੇ ਬਾਜ਼ਾਰ ਵਿੱਚ ਛੱਡ ਦਿੱਤਾ ਜਾਵੇ ਜਿੱਥੇ ਕੇਵਲ ਜਿਸਮ ਵੇਚਣ ਵਾਲੀਆਂ ਔਰਤਾਂ ਹੀ ਹੋਣ, ਅਜਿਹੀ ਜ਼ਿੰਦਗੀ ਜੀਣ ਨਾਲੋਂ ਉਹ ਖੁਦਕੁਸ਼ੀ ਕਰਨਾ ਪਸੰਦ ਕਰੇਗੀ। ਅਜਿਹਾ ਕਿਉਂ ਹੋਵੇਗਾ? ਕਿਉਂਕਿ ਉੱਥੇ ਉਹ ਕੇਵਲ ਪੈਸਾ ਕਮਾਉਣ ਵਾਲੀ ਮਸ਼ੀਨ ਬਣੇਗੀ, ਜਦ ਕਿ ਆਪਣੇ ਸਮਾਜ ਵਿੱਚ ਕਿਸੇ ਲਈ ਜੀਵਨ ਸਾਥਣ, ਕਿਸੇ ਲਈ ਧੀ ਭੈਣ, ਕਿਸੇ ਲਈ ਮਾਂ ਹੋਣ ਦੇ ਨਾਤੇ ਵੀ ਉਸਨੇ ਜ਼ਿੰਮੇਵਾਰੀਆਂ ਨਿਭਾਉਣੀਆਂ ਹੁੰਦੀਆਂ ਹਨ ਅਤੇ ਅਜਿਹਾ ਸੰਜਮੀ ਜੀਵਨ ਹੀ ਉਸ ਦੇ ਲਈ ਸਰੀਰਕ ਸੰਬੰਧ ਨੂੰ ਆਨੰਦਮਈ ਅਤੇ ਸੰਤੁਸ਼ਟੀਜਨਕ ਬਣਾਉਂਦਾ ਹੈ। ਸਾਰ ਤੱਤ ਇਹ ਹੈ ਕਿ ਕੇਵਲ ਪਰਜੀਵੀ ਅਤੇ ਲੁਟੇਰਿਆਂ ਦੇ ਰਾਜ ਵਿੱਚ ਹੀ ਦੇਹ ਵਪਾਰ ਦੇ ਧੰਦੇ ਨੂੰ ਮਾਨਤਾ ਦਿੱਤੀ ਜਾ ਸਕਦੀ ਹੈ, ਜਦ ਕਿ ਲੋਕਾਂ ਦੇ ਰਾਜ ਵਿੱਚ ਨਾ ਕੇਵਲ ਔਰਤ ਸਗੋਂ ਬੱਚੇ, ਬੁੱਢੇ, ਜਵਾਨ ਸਭ ਲੁੱਟ ਬੇਇਨਸਾਫੀ ਤੋਂ ਮੁਕਤ ਹੁੰਦੇ ਹਨ। ਲੁਟੇਰਿਆਂ ਦੇ ਰਾਜ ਵਿੱਚ ਜਿੱਥੇ ਜ਼ਮਾਨੇ ਦੇ ਅਨੁਕੂਲ ਸ਼ੌਕ ਸੁਪਨੇ ਛੱਡੋ ਲੋਕੀ ਰੋਟੀ, ਕੱਪੜਾ ਅਤੇ ਮਕਾਨ ਲਈ ਵੀ ਤਰਸਦੇ ਹੋਣ, ਉੱਥੇ ਇਹਨਾਂ ਬੇਵਸ ਲੋਕਾਂ ਨੂੰ ਸਵਾਰਥੀ ਧਨਾੜ ਲੋਕ ਆਪਣੇ ਨਿੱਜੀ ਹਿੱਤਾਂ ਲਈ ਕਠਪੁਤਲੀਆਂ ਦੀ ਤਰ੍ਹਾਂ ਇਸਤੇਮਾਲ ਕਰਨ ਲੱਗਦੇ ਹਨ। ਦੇਹ ਵਪਾਰ ਦੇ ਧੰਦੇ ਨੂੰ ਚਲਾਉਣ ਅਤੇ ਵਧਾਉਣ ਫੈਲਾਉਣ ਲਈ ਲੋਕਾਂ ਵਿੱਚ ਜਿਸ ਗਰੀਬੀ ਬੇਵਸੀ ਦੀ ਲੋੜ ਹੁੰਦੀ ਹੈ ਉਹ ਭਾਰਤ ਵਿੱਚ ਹੈ ਅਤੇ ਦਿਨੋਂ ਦਿਨ ਵੱਧ ਰਹੀ ਹੈ। ਅਕਤੂਬਰ 1917 ਦੇ ਰੂਸੀ ਇਨਕਲਾਬ ਨੇ ਦੇਸ਼ ਦੀ ਬਾਗਡੋਰ ਉਹਨਾਂ ਮਿਹਨਤਕਸ਼ ਲੋਕਾਂ ਦੇ ਹੱਥ ਸੌਂਪ ਦਿੱਤੀ ਸੀ ਜੋ ਆਪਣੀ ਕਿਰਤ ਸ਼ਕਤੀ ਨਾਲ ਸਮਾਜ ਨੂੰ ਪੈਦਾ ਕਰਨ ਵਾਲੇ, ਇਸ ਦਾ ਪਾਲਣ ਪੋਸ਼ਣ ਕਰਨ ਅਤੇ ਇਸ ਨੂੰ ਬਿਹਤਰ ਤੋਂ ਬਿਹਤਰ ਬਣਾਉਣ ਲਈ ਜੂਝਣ ਵਾਲੇ ਲੋਕ ਸਨ। ਉੱਥੇ ਇਨਕਲਾਬ ਤੋਂ ਪਹਿਲਾਂ ਦੇਹ ਵਪਾਰ ਵਿੱਚ ਲੱਗੀਆਂ ਔਰਤਾਂ ਦੀ ਮਾਨਸਿਕਤਾ ਜਾਣਨ ਲਈ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਗਈ ਅਤੇ ਇਹ ਜਾਣਨ ਦੀਆਂ ਸਫਲ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਉਹ ਕੀ ਚਾਹੁੰਦੀਆਂ ਹਨ। ਇਹ ਜਾਣਕਾਰੀ ਸਾਹਮਣੇ ਆਈ ਕਿ ਉਹ ਔਰਤਾਂ ਆਪਣੇ ਸ਼ੌਕ ਅਤੇ ਮਰਜ਼ੀ ਨਾਲ ਆਪਣਾ ਜਿਸਮ ਨਹੀਂ ਸਨ ਵੇਚਦੀਆਂ, ਸਗੋਂ ਇਹ ਸਭ ਕਰਨਾ ਉਹਨਾਂ ਦੀ ਮਜਬੂਰੀ ਸੀ ਜੋ ਉਹਨਾਂ ਦੀ ਗਰੀਬੀ ਬੇਵਸੀ ਵਿੱਚੋਂ ਪੈਦਾ ਹੋਈ ਸੀ। ਉਹ ਆਪਣੀ ਯੋਗਤਾ ਅਨੁਸਾਰ ਕੰਮ ਕਰਕੇ ਸਮਾਜ ਵਿੱਚ ਮਾਣ ਸਨਮਾਨ ਨਾਲ ਸਿਰ ਉਠਾ ਕੇ ਜਿਉਣਾ ਚਾਹੁੰਦੀਆਂ ਸਨ। ਇਹ ਸਭ ਜਾਣ ਕੇ ਸਮੇਂ ਦੀ ਕਮਿਊਨਿਸਟ ਸਰਕਾਰ ਨੇ ਉਹਨਾਂ ਔਰਤਾਂ ਨੂੰ ਇਸ ਗੰਦਗੀ ਵਿੱਚੋਂ ਕੱਢਿਆ, ਉਹਨਾਂ ਦਾ ਇਲਾਜ ਕਰਵਾਇਆ ਅਤੇ ਸਮਾਜ ਵਿੱਚ ਉਹਨਾਂ ਦੀ ਪਛਾਣ ਗੁਪਤ ਰੱਖ ਕੇ ਰੋਜੀ ਰੋਟੀ ਕਮਾਉਣ ਲਈ ਉਹਨਾਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਕੰਮ ਅਤੇ ਮਾਣ ਸਨਮਾਨ ਦਿੱਤਾ। ਇਸ ਤਰ੍ਹਾਂ ਉਸ ਦੇਸ਼ ਵਿੱਚੋਂ ਦੇਹ ਵਪਾਰ ਦੇ ਧੰਦੇ ਨੂੰ ਜੜ ਤੋਂ ਖਤਮ ਕਰ ਦਿੱਤਾ ਗਿਆ ਸੀ। ਮਾਰਕਸ ਆਖਦੇ ਹਨ ਕਿ ਜਿਸ ਨੂੰ ਇਤਿਹਾਸ ਦਾ ਜਰਾ ਜਿੰਨਾ ਵੀ ਗਿਆਨ ਹੈ ਉਹ ਜਾਣਦਾ ਹੈ ਕਿ ਮਹਾਨ ਸਮਾਜਿਕ ਤਬਦੀਲੀਆਂ ਔਰਤਾਂ ਦੇ ਉਭਾਰ ਤੋਂ ਬਿਨਾਂ ਸੰਭਵ ਨਹੀਂ ਹਨ। ਸਮਾਜਿਕ ਤਰੱਕੀ ਸਹੀ ਢੰਗ ਨਾਲ ਔਰਤਾਂ ਦੀ ਸਮਾਜਿਕ ਸਥਿਤੀ ਤੋਂ ਹੀ ਮਿਣੀ ਜਾ ਸਕਦੀ ਹੈ। ਮਾਰਕਸ ਦਾ ਇਹ ਵਿਚਾਰ ਸਦੀਵੀ ਸਾਰਥਕਤਾ ਰੱਖਦਾ ਹੈ ਕਿਉਂਕਿ ਅਸੀਂ ਇਤਿਹਾਸ ਉੱਤੇ ਝਾਤ ਮਾਰ ਕੇ ਜਾਣ ਸਕਦੇ ਹਾਂ ਕਿ ਮਰਦ ਪੈਦਾਵਾਰੀ ਸਾਧਨ, ਸੋਮਿਆਂ ਅਤੇ ਕਿਰਤੀ ਲੋਕਾਂ ਦੇ ਮਾਲਕ ਬਣ ਕੇ ਮਨਚਾਹਿਆ ਜੀਵਨ ਜੀਣ ਲਈ ਆਜ਼ਾਦ ਹੋ ਜਾਂਦੇ ਹਨ, ਪਰ ਔਰਤਾਂ ਅਮੀਰ ਘਰ ਵਿੱਚ ਵੀ ਆਪਣੇ ਮਰਦ ਦੇ ਅਧੀਨ ਰਹੀਆਂ ਹਨ। ਕੁਝ ਗਿਣਤੀ ਦੀਆਂ ਜਾਗਰੂਕ ਅਤੇ ਸਾਹਸੀ ਔਰਤਾਂ ਦੀ ਗੱਲ ਨਾ ਕਰੀਏ ਤਾਂ ਆਖ ਸਕਦੇ ਹਾਂ ਕਿ ਔਰਤ ਦਾ ਜੀਵਨ ਧਾਰਮਿਕ ਸਮਾਜਿਕ ਪਾਬੰਦੀਆਂ ਵਿੱਚੋਂ ਅੱਜ ਵੀ ਬਾਹਰ ਨਹੀਂ ਆ ਸਕਿਆ। ਔਰਤਾਂ ਦੇ ਹੱਕਾਂ ਦੀ ਰਾਖੀ ਲਈ ਬਣੀਆਂ ਜਥੇਬੰਦੀਆਂ ਕਦੇ ਵੀ ਸਮਾਜ ਵਿੱਚ ਔਰਤਾਂ ਦੀ ਦੁਰਦਸ਼ਾ ਨੂੰ ਖਤਮ ਨਹੀਂ ਕਰ ਸਕਦੀਆਂ। ਲੋੜ ਹੈ ਕਿ ਸਮਾਜਵਾਦੀ ਇਨਕਲਾਬ ਦੁਆਰਾ ਉਸ ਨਿੱਜੀ ਜਾਇਦਾਦ ਦਾ ਖਾਤਮਾ ਕੀਤਾ ਜਾਵੇ ਜੋ ਸਮਾਜ ਵਿੱਚ ਦਿਨੋਂ ਦਿਨ ਗਰੀਬੀ, ਭੁੱਖਮਰੀ ਵਿੱਚ ਵਾਧਾ ਕਰ ਰਹੀ ਹੈ, ਜੋ ਔਰਤ ਨੂੰ ਨਾ ਕੇਵਲ ਮਰਦ ਦੀ ਕਠਪੁਤਲੀ ਬਣਾਉਂਦੀ ਹੈ ਸਗੋਂ ਉਸ ਨੂੰ ਵਪਾਰੀਆਂ ਲਈ ਮੁਨਾਫੇ ਦਾ ਸਰੋਤ ਵੀ ਬਣਾਉਂਦੀ ਹੈ। ਇਹ ਲਾਜ਼ਮੀ ਹੈ ਕਿ ਸਮਾਜ ਦੀ ਆਰਥਿਕਤਾ ਵਿੱਚ ਔਰਤ ਦਾ ਮਰਦ ਦੇ ਬਰਾਬਰ ਯੋਗਦਾਨ ਹੋਵੇ। ਇਸ ਨਾਲ ਔਰਤ ਆਪਣੀਆਂ ਲੋੜਾਂ ਤੇ ਸ਼ੌਕ ਸੁਪਨੇ ਪੂਰੇ ਕਰਨ ਲਈ ਜਦ ਮਰਦ ਦੀ ਕਮਾਈ ਉੱਤੇ ਨਿਰਭਰ ਨਹੀਂ ਰਹੇਗੀ ਤਦ ਮਰਦ ਵੀ ਔਰਤ ਨਾਲ ਰਲ ਮਿਲ ਕੇ ਆਪਣੇ ਘਰ ਵਿੱਚ ਝਾੜੂ ਪੋਚਾ ਲਾਉਣ, ਆਪਣੇ ਕੱਪੜੇ ਧੋਣ ਜਾਂ ਭਾਂਡੇ ਮਾਂਜਣ ਦੀ ਜ਼ਿੰਮੇਵਾਰੀ ਸਮਝਣ ਲੱਗ ਪੈਣਗੇ। ਔਰਤਾਂ ਦੀ ਸਰਗਰਮ ਭੂਮਿਕਾ ਤੋਂ ਬਿਨਾਂ ਕੋਈ ਸਮਾਜਿਕ ਤਬਦੀਲੀ, ਕੋਈ ਕ੍ਰਾਂਤੀ ਸੰਭਵ ਨਹੀਂ ਹੈ। ਸਮਾਜ ਦਾ ਬੇੜਾ ਗਰਕ ਹੋਣਾ ਅਟੱਲ ਹੈ ਜੇਕਰ ਤੰਦਰੁਸਤੀ, ਸੁਰੱਖਿਆ ਅਤੇ ਹੱਕ ਇਨਸਾਫ ਲਈ ਔਰਤਾਂ ਮੱਥੇ ਲਾਉਣ ਦੀ ਥਾਂ ਮੱਥੇ ਟੇਕਣ ਦੀਆਂ ਆਦੀ ਹੋਣ। ਗੁਰਬਾਣੀ ਦਾ ਸ਼ਬਦ ਹੈ ਕਿ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਪਰ ਇਸ ਤੋਂ ਉਲਟ ਸਾਡੇ ਲਈ ਔਰਤ ਇਸ ਲਈ ਮਹਾਨ ਨਹੀਂ ਹੈ
ਕਿ ਉਸਨੇ ਲੋਕਾਂ ਦੀ ਕਿਰਤ ਕਮਾਈ ਉੱਤੇ ਪਲਣ ਵਾਲੇ ਅਤੇ ਉਹਨਾਂ ਉੱਤੇ ਰਾਜ ਕਰਨ ਵਾਲੇ ਵਿਹਲੜ ਰਾਜਿਆਂ ਨੂੰ ਜਨਮਿਆ ਹੈ। ਸਗੋਂ ਔਰਤ ਦੀ ਮਹੱਤਤਾ ਇਸ ਤੱਥ ਵਿੱਚ ਹੈ ਕਿ ਉਸਨੇ 10 ਨਹੁੰਆਂ ਦੀ ਕਿਰਤ ਕਰਨ ਵਾਲੇ ਉਹ ਲੋਕ ਜਨਮੇ ਹਨ ਜੋ ਸਮਾਜ ਦੇ ਸਿਰਜਣਹਾਰ ਅਤੇ ਪਾਲਣਹਾਰ ਹਨ, ਜੋ ਸਮਾਜ ਦੀ ਬਿਹਤਰ ਤੋਂ ਹੋਰ ਬਿਹਤਰ ਉਸਾਰੀ ਲਈ ਉਹ ਪੈਦਾਵਾਰ ਕਰਨ ਲਈ ਜੂਝ ਰਹੇ ਹਨ, ਜਿਨ੍ਹਾਂ ਨਾਲ ਸਾਡੇ ਰੋਜ਼ਾਨਾ ਜੀਵਨ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਹਨ। ਔਰਤ ਇਸ ਲਈ ਮਹਾਨ ਹੈ ਕਿ ਇਹ ਉਹਨਾਂ ਵਿਗਿਆਨੀਆਂ ਅਤੇ ਇਨਕਲਾਬੀਆਂ ਦੀ ਮਾਂ ਹੁੰਦੀ ਹੈ ਜਿਹੜੇ ਸਮਾਜ ਦੇ ਸਿਰਜਣਹਾਰ ਅਤੇ ਪਾਲਣਹਾਰ ਲੋਕਾਂ ਨਾਲ ਲੁੱਟ ਬੇਇਨਸਾਫੀ ਕਰਨ ਵਾਲੀਆਂ ਗਿਰਜਾਂ ਦੇ ਵਿਨਾਸ਼ਕ ਹੁੰਦੇ ਹਨ। ਔਰਤ ਦੀ ਮਹਾਨਤਾ ਇਸ ਤੱਥ ਵਿੱਚ ਹੈ ਕਿ ਇਸ ਦੀ ਸਰਗਰਮ ਭੂਮਿਕਾ ਤੋਂ ਬਿਨਾਂ ਸਮਾਜ ਵਿੱਚ ਕੋਈ ਬਦਲਾਵ ਨਹੀਂ ਆ ਸਕਦਾ, ਕੋਈ ਇਨਕਲਾਬ ਨਹੀਂ ਹੋ ਸਕਦਾ। ਇਹ ਆਖਣ ਦੀ ਵੈਸੇ ਤਾਂ ਕੋਈ ਲੋੜ ਨਹੀਂ, ਹੋਣੀ ਵੀ ਨਹੀਂ ਚਾਹੀਦੀ, ਕਿਉਂਕਿ ਤੁਹਾਡੀ ਵੀ ਇਹ ਜ਼ਿੰਮੇਵਾਰੀ ਹੈ। ਇਸ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰੋ ਅਤੇ ਵੱਧ ਤੋਂ ਵੱਧ ਸਬਸਕ੍ਰਾਈਬਰ ਵਧਾਉਣ ਦੇ ਵਿੱਚ ਸਹਿਯੋਗ ਦਿਓ ਸਾਥੀਓ। ਤਰਕਸ਼ੀਲਤਾ ਦੇ ਗਿਆਨ ਵਿਗਿਆਨ ਦਾ ਪ੍ਰਚਾਰ ਪ੍ਰਸਾਰ ਵਧਾਉਣ ਫੈਲਾਉਣ ਦੇ ਲਈ ਆਪਣਾ ਸਹਿਯੋਗ ਜ਼ਰੂਰ ਦਿਓ।